ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰੁ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚੋ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ। इस प्रकार जब सतगुरु मक्खन को बहबार तीर मल के वक्त सब पेरह करते चार। वाहिगुरु जी का खालसा वाहिगुरु जी की फतेह। गुरु की साजी नवाजी गुरु रूप गुरु खालसा साध संगत जी आप जी अत्यंत बड़भागे हो। गुरु की पावन पवित्र हजूरी च सुभाईमान हो के ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਜਦੋਂ ਬਾਬਾ ਮੱਖਣ ਸ਼ਾਹ ਧੀਰਮਲ ਦਾ ਡੇਰਾ ਲੁੱਟ ਲਿਆਏ, ਉਸ ਦੇ ਕਰਮਾਂ ਦੀ ਉਸ ਨੂੰ ਸਜ਼ਾ ਦਿੱਤੀ, ਸੀਏ ਮਸੰਦ ਨੂੰ ਬੰਨ੍ਹ ਲਿਆਏ, ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਾਬਾ ਮੱਖਣ ਸ਼ਾਹ ਦਾ ਗੁੱਸਾ ਸ਼ਾਂਤ ਕਰਨ ਲਈ ਉਪਦੇਸ਼ ਦਿੱਤਾ। ਸਤਿਗੁਰੂ ਕਹਿੰਦੇ, ਭਾਈ ਮੱਖਣ ਸ਼ਾਹ ਜੀ, ਖਿਮਾ ਹੀ ਸਭ ਤੋਂ ਵੱਡਾ ਗੁਣ ਹੈ। ਖਿਮਾ ਗਹੀ ਸੱਚ ਸੰਚੋ, ਜਿਹਨੇ ਖਿਮਾ ਧਾਰਨ ਕਰ ਲਈ ਸਮਝੋ ਪਰਮਾਤਮਾ ਨੂੰ ਮਿਲ ਗਿਆ। ਖਿਮਾ ਦੇ ਬਹੁਤ ਸਾਰੇ ਗੁਣ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਔਗਣ ਗੁਰੂ ਸਾਹਿਬ ਨੇ ਦਰਸਾਏ, ਉਪਦੇਸ਼ ਦਿੱਤਾ ਹੈ। ਆਓ ਇਹ ਕਥਾ ਆਪਾਂ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੱਖਣ ਸ਼ਾਹ ਨੂੰ ਬਹੁਤ ਉਪਦੇਸ਼ ਦੇ ਕੇ ਸਮਝਾਇਆ ਹੈ ਔਰ ਧੀਰਮਲ ਦੀਆਂ ਵਸਤੂਆਂ ਵਾਪਸ ਕਰਨ ਲਈ ਬਾਰ-ਬਾਰ ਕਿਹਾ ਹੈ। ਬਾਰ-ਬਾਰ ਗੁਰੂ ਸਾਹਿਬ ਇਹੀ ਕਹਿੰਦੇ ਰਹੇ, ਬਈ ਵਾਪਸ ਕਰ ਦਿਓ ਸਾਰਾ ਸਮਾਨ ਧੀਰਮਲ ਦਾ, ਆਪਾਂ ਨਹੀਂ ਰੱਖਣਾ। ਆਪਣੇ ਕੰਮ ਕਿਹੜੀਆਂ ਚੀਜ਼ਾਂ, ਆਪਾਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ, ਇਹ ਤਾਂ ਮਾਇਕ ਪਦਾਰਥ ਹਨ। ਮਾਇਆ ਦੇ ਪਦਾਰਥ ਅੱਜ ਆਏ ਕੱਲ ਚਲੇ ਗਏ। ਜਿਨ੍ਹਾਂ ਚੀਜ਼ਾਂ ਦੇ ਨਾਲ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਜਿਹੜੀਆਂ ਚੀਜ਼ਾਂ ਜੀਵ ਦੇ ਨਾਲ ਪਰਲੋਕ ਵਿੱਚ ਵੀ ਨਹੀਂ ਜਾਂਦੀਆਂ, ਉਹਨਾਂ ਚੀਜ਼ਾਂ ਨੂੰ ਸਾਂਭਣਾ ਰੱਖਣਾ ਕੋਈ ਲਾਭਕਾਰੀ ਨਹੀਂ ਹੈ। ਤਾਂ ਜਦੋਂ ਇਹ ਗੱਲਾਂ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਸੀ ਤਾਂ ਦੂਸਰੇ ਕਮਰੇ 'ਚ ਮਾਤਾ ਨਾਨਕੀ ਜੀ ਸੁਣ ਰਹੇ ਸਨ ਤੇ ਮਾਤਾ ਨਾਨਕੀ ਜੀ ਆਪਣੇ ਅਸਥਾਨ ਤੋਂ ਉੱਠ ਕੇ ਉੱਥੇ ਆ ਗਏ ਹਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਭਾਏਮਾਨ ਹਨ। ਕਿਉਂਕਿ ਮਾਤਾ ਨਾਨਕੀ ਦੇ ਮਨ ਵਿੱਚ ਬੜਾ ਭਾਰੀ ਗੁੱਸਾ ਹੈ, ਇਸ ਗੱਲ ਦੀ ਵੱਡੀ ਨਾਰਾਜ਼ਗੀ ਹੈ। ਧੀਰਮਲ ਨੇ ਬਹੁਤ ਵੱਡਾ ਅਪਰਾਧ ਕੀਤਾ ਹੈ, ਬੜੀ ਵੱਡੀ ਗੁਸਤਾਖੀ ਕੀਤੀ ਹੈ। ਤੇ ਮਾਤਾ ਕਹਿੰਦੀ ਹੈ, ਇਹ ਮੇਰਾ ਸੰਤ ਪੁੱਤਰ ਸਾਧੂ ਪੁੱਤਰ ਉਸ ਧੀਰਮਲ ਦੇ ਗੁਨਾਹਾਂ ਨੂੰ ਨਹੀਂ ਦੇਖ ਰਿਹਾ, ਬਲਕਿ ਉਹਦਾ ਭਲਾ ਚਾਹੁੰਦਾ ਹੈ। ਸਾਧ ਸੰਗਤ ਜੀ, ਇਹ ਤਾਂ ਗੁਰਬਾਣੀ ਦਾ ਦੱਸਿਆ ਹੋਇਆ ਗੁਰੂ ਦਾ ਸਰੂਪ ਹੈ ਹੀ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਇਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਤੇ ਸਾਰਿਆਂ ਦਾ ਭਲਾ ਹੀ ਮਨਾਉਂਦੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਾਰੀ ਦੁਨੀਆ ਦਾ, ਬੁਰੇ ਦਾ ਵੀ ਭਲਾ ਕਰ। ਬਾਣੀ ਕਹਿੰਦੀ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲਾ ਸਭ ਕਿਛ ਪਾਏ।
ਐਸੇ ਗੁਣਾਂ ਦੇ ਮਾਲਕ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ। ਜੋਗ ਦੰਡ ਕੋ ਛਤਰ ਬਸਾਲਾ। ਹਾਂ, ਜਿਹੜਾ ਬੰਦਾ ਦੰਡ ਦੇ ਯੋਗ ਹੈ, ਜਿਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਜਿਸ ਬੰਦੇ ਨੇ ਵੱਡੇ ਗੁਰੂ ਘਰ ਨਾਲ ਸ਼ਤਰੁਤਾ ਕੀਤੀ ਹੈ, ਵੈਰ ਵਿਰੋਧ ਕੀਤਾ ਹੈ, ਜਵਾਲਾ ਬਮਣੀ ਹੱਥ ਤਸ ਕਾਲਾ। ਸਭ ਤੋਂ ਵੱਡਾ ਉਸਨੇ ਜਾਨਲੇਵਾ ਹਮਲਾ ਕੀਤਾ, ਗੋਲੀ ਚਲਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਉੱਤੇ। ਪ੍ਰਾਨ ਹਾਨ ਲਗ ਕੀਨ ਖਟਾਈ। ਜਿਸ ਬੰਦੇ ਨੇ ਇੱਥੋਂ ਤੱਕ ਮਨ 'ਚ ਖੁਟਿਆਈ ਰੱਖੀ ਹੈ ਵੀ ਜਾਨ ਤੋਂ ਹੀ ਮਾਰ ਦਈਏ, ਚਲੋ ਹੁੰਦਾ ਮਾੜਾ ਮੋਟਾ ਝਗੜਾ ਹੋਇਆ, ਬੋਲਬਾਲਾ ਹੋ ਗਿਆ, ਆਪੇ ਹੌਲੇ ਹੌਲੇ ਗੱਲ ਟਲ ਜਾਂਦੀ ਹੈ, ਪਰ ਜਦੋਂ ਅਸੀਂ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਵੇਲੇ ਫਿਰ ਜਿਹੜਾ ਵੈਰ ਵਿਰੋਧ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਉਹਦਾ ਫਿਰ ਬੰਦਾ ਬਖਸ਼ਣਯੋਗ ਨਹੀਂ ਹੁੰਦਾ ਜਿਹੜਾ ਸਾਡੀ ਜਾਨ ਲੈਣੀ ਚਾਹੁੰਦਾ ਹੈ। ਤੋ ਧੀਰਮਲ ਨੇ ਜਾਂ ਸੀਏ ਮਸੰਦ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾ ਕੇ ਬਹੁਤ ਵੱਡੀ ਸ਼ਤਰੁਤਾ ਦੁਸ਼ਮਣੀ ਮੁੱਲ ਲੈ ਲਈ ਹੈ। ਹਮ ਕਰ ਕੀ ਸਭ ਬਸਤ ਲਟਾਈ। ਮਾਤਾ ਸੋਚਦੀ ਹੈ ਵੀ ਜਿਸ ਬੰਦੇ ਨੇ ਗੋਲੀ ਚਲਾ ਕੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੇ ਘਰ ਦਾ ਸਾਰਾ ਸਮਾਨ ਜਿਹੜੇ ਬੰਦੇ ਚੁੱਕ ਕੇ ਲੈ ਗਏ ਹਨ, ਇਮ ਅਸਮੰਜਸ ਲਖ ਕਰ ਆਈ। ਉਹਦੇ ਨਾਲ ਹੀ ਮੇਰਾ ਪੁੱਤਰ ਲਿਹਾਜ਼ਦਾਰੀ ਵਰਤ ਰਿਹਾ ਹੈ। ਉਸੇ ਧੀਰਮਲ ਨੂੰ ਸੀਏ ਬਸੰਤ ਨੂੰ ਬਖਸ਼ ਰਿਹਾ ਹੈ, ਖਿਮਾ ਕਰ ਰਿਹਾ ਹੈ। ਮਾਤਾ ਨੂੰ ਇਸ ਗੱਲ ਦੀ ਨਾਰਾਜ਼ਗੀ ਹੋਈ, ਗੁੱਸੇ ਵਿੱਚ ਆਈ ਹੋਈ ਮਾਤਾ ਕੋਲ ਆ ਗਈ। ਮੱਖਣ ਸਹਿਤ ਉਠੇ ਅਗਵਾਈ। ਬਾਬਾ ਮੱਖਣ ਸ਼ਾਹ ਅਤੇ ਹੋਰ ਉਹਦੇ ਸਾਥੀ ਸਾਰੇ ਹੀ ਖੜੇ ਹੋ ਗਏ ਮਾਤਾ ਜੀ ਨੂੰ ਆਉਂਦਿਆਂ ਵੇਖ ਕੇ, ਕਿਉਂਕਿ ਵੱਡਿਆਂ ਦਾ ਸਤਿਕਾਰ ਕਰੀਦਾ ਹੈ। ਮਾਤਾ ਜੀ ਆਏ ਨੇ, ਸਾਰਿਆਂ ਨੇ ਉੱਠ ਕੇ ਮਾਤਾ ਜੀ ਦਾ ਅਭਿਵੰਦਨ ਕੀਤਾ ਹੈ, ਹਾਥ ਜੋਰ ਪਰ ਬੰਦਨ ਠਾਨੀ। ਚਰਨਾਂ ਤੇ ਨਮਸਕਾਰ ਕੀਤੀ ਹੈ ਸਾਰੇ ਸਿੱਖਾਂ ਨੇ ਮਾਤਾ ਜੀ ਦੇ। ਬੈਠੀ ਮਾਤਾ ਪਰਮ ਸਿਆਣੀ। ਬਹੁਤ ਸਿਆਣੀ ਬਿਰਧ ਅਵਸਥਾ ਦੇ ਵਿੱਚ ਮਾਤਾ ਨਾਨਕੀ ਜੀ ਸਾਰੀ ਸੰਗਤ ਦੇ ਵਿੱਚ ਬੈਠ ਗਏ ਹਨ। ਸ਼੍ਰੀ ਗੁਰ ਪਿਖ ਕੈ ਤੂਛਨ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝ ਗਏ ਵੀ ਮਾਤਾ ਗੁੱਸੇ ਵਿੱਚ ਹੈ ਤੇ ਮਹਾਰਾਜ ਫਿਰ ਚੁੱਪ ਕਰ ਗਏ। ਜਿਹੜੀਆਂ ਗੱਲਾਂ ਪਹਿਲਾਂ ਕਹੀਆਂ ਸੀ ਮੱਖਣ ਸ਼ਾਹ ਨੂੰ ਕਹਿ ਦਿੱਤੀਆਂ, ਮਾਤਾ ਦੇ ਸਾਹਮਣੇ ਨਹੀਂ ਬੋਲੇ। ਫਿਰ ਸਤਿਗੁਰੂ ਜੀ ਅਪਰ ਪੇ ਨਹੀਂ ਬਾਕ ਕਿਸ ਕਹੇ। ਹੋਰ ਵੀ ਕੋਈ ਨਹੀਂ ਬੋਲਿਆ। ਮਾਤਾ ਜੀ ਜਦੋਂ ਆ ਕੇ ਬੈਠੇ ਹਨ, ਸਾਰੇ ਚੁੱਪ ਸ਼ਾਂਤ ਹੋ ਗਏ, ਕੋਈ ਸਿੱਖ ਵੀ ਨਹੀਂ ਕੁਸਕਿਆ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕੋਈ ਰਸਨਾ ਤੋਂ ਬੋਲ ਨਹੀਂ ਕੱਢਿਆ। ਦੀਰਘ ਸੀਤਲ ਸਵਾਸਨ ਲੀਨਸ। ਲੰਮੇ ਸਾਹ ਲੈਂਦੇ ਨੇ ਸਿੱਖ, ਕਹਿੰਦੇ ਦੇਖੋ ਕਿਦਾਂ ਦਾ ਭਾਣਾ ਵਰਤਿਆ ਹੈ, ਨਿਸਾਸੇ ਮਾਰਦੇ ਹਨ। ਇਦਾਂ ਦਾ ਹੋਣਾ ਨਹੀਂ ਸੀ ਚਾਹੀਦਾ। ਜਿਹੜਾ ਗੁਰੂ ਘਰ ਦੇ ਵਿੱਚ ਅੱਜ ਕਲੇਸ਼ ਹੋਇਆ, ਬਾਬੇ ਧੀਰਮਲ ਤੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਜਿਹੜਾ ਇਹ ਤਕਰਾਰ ਬਣਿਆ ਹੈ, ਧੀਰਮਲ ਨੇ ਜੋ ਵਾਅਦਾ ਕੀਤਾ ਹੈ, ਗੋਲੀਆਂ ਚਲਾਈਆਂ ਹਨ, ਡੇਰਾ ਲੁੱਟਿਆ ਹੈ, ਇਹ ਕੰਮ ਨਹੀਂ ਸੀ ਹੋਣਾ ਚਾਹੀਦਾ। ਇਹ ਬਦਨਾਮੀ ਦਾ ਕਾਰਨ ਹੈ। ਜਦੋਂ ਗੁਰੂ ਘਰਾਂ 'ਚ ਲੜਾਈਆਂ ਹੁੰਦੀਆਂ ਨਾ ਸਾਧ ਸੰਗਤ ਜੀ, ਉਦੋਂ ਗੁਰੂ ਦੀ ਖੁਸ਼ੀ ਨਹੀਂ ਹੁੰਦੀ। ਕਿਉਂ? ਕਿਉਂਕਿ ਸੰਗਤ ਵਿੱਚ ਗੁਰੂ ਘਰ ਦੀ ਬਦਨਾਮੀ ਹੁੰਦੀ ਹੈ। ਲੋਕ ਜਿਹੜੇ ਹਨ ਉਹ ਇਹ ਨਹੀਂ ਕਹਿੰਦੇ ਵੀ ਕੋਈ ਸਵਾਰਥੀ ਬੰਦੇ ਆਪਣੇ ਮਤਲਬ 'ਚ ਆਪਣੀ ਈਰਖਾ ਕਰਕੇ ਲੜੇ ਹਨ, ਬਲਕਿ ਕਹਿੰਦੇ ਨੇ ਗੁਰੂ ਕੇ ਲੜੇ ਹਨ, ਗੁਰੂ ਕੇ ਸਿੱਖ ਲੜੇ ਹਨ। ਸੋ ਇਸ ਤਰ੍ਹਾਂ ਜਦੋਂ ਇਹ ਗੱਲਾਂ ਹੁੰਦੀਆਂ ਤੇ ਗੁਰੂ ਦੀ ਖੁਸ਼ੀ ਨਹੀਂ ਮਿਲਦੀ। ਸੋ ਬਾਬਾ ਧੀਰਮਲ ਨੇ ਜੋ ਕੁਝ ਕੀਤਾ ਹੈ ਉਹਦੇ ਕਰਕੇ ਸਾਰੀਆਂ ਹੀ ਸੰਗਤਾਂ 'ਚ ਨਮੋਸ਼ੀ ਹੈ। ਜਲ ਪਰ ਫੁੱਲਤ ਬਲੋਚਨ ਕੀਨਸ। ਕਹਿੰਦੇ ਜਿਵੇਂ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਇਸ ਗੱਲ ਦਾ ਰੰਜ ਸੀਗਾ, ਦੁੱਖ ਸੀ, ਤੇ ਉਹਨਾਂ ਦੀਆਂ ਅੱਖਾਂ 'ਚ ਜਲ ਵੀ, ਅਥਰੂ ਵੀ ਆਏ ਹੋਏ ਸਨ। ਕਈ ਤਾਂ ਬੜਾ ਮਨ 'ਚ ਦੁੱਖ ਲੈ ਕੇ ਬੈਠੇ ਸਨ ਵੀ ਅੱਜ ਕਿਹੋ ਜਿਹਾ ਸਮਾਂ ਬਣ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਗੱਦੀ ਬੈਠਣ ਦੀ ਖੁਸ਼ੀ ਤੇ ਨਾਲ ਹੀ ਆਹ ਈਰਖਾਬਾਜੀ, ਝਗੜਾ ਕਰਨ ਵਾਲੇ ਮੂਰਖ ਬੰਦਿਆਂ ਨੇ ਆਹ ਕਰਤੂਤ ਕਰ ਦਿੱਤੀ ਹੈ। ਇਸ ਕਰਕੇ ਸੰਗਤਾਂ ਦੇ ਮਨ ਵਿੱਚ ਬੈਰਾਗ ਆਇਆ ਹੋਇਆ ਹੈ। ਮੱਖਣ ਸਿੱਖ ਸੁਨੀਆ ਬਾਤੀ। ਉਸ ਵੇਲੇ ਮਾਤਾ ਨਾਨਕੀ ਜੀ ਬੋਲੇ, ਕਹਿਣ ਲੱਗੇ, ਹੇ ਮੱਖਣ, ਹੇ ਭਾਈ ਮੱਖਣ ਸ਼ਾਹ, ਤੂੰ ਗੁਰੂ ਕਾ ਸਿੱਖ ਹੈ, ਤੈਨੂੰ ਅਸੀਂ ਬਚਨ ਦੱਸਦੇ ਹਾਂ, ਤੂੰ ਸੁਣ। ਮਮ ਸਤ ਸਦਾ ਰਹਿਤ ਇਹ ਪਾਂਤੀ। ਇਹ ਮੱਖਣ ਸ਼ਾਹ, ਇਹ ਮੇਰਾ ਪੁੱਤਰ ਤੇਗ ਬਹਾਦਰ ਹਮੇਸ਼ਾ ਏਦਾਂ ਹੀ ਰਹਿੰਦਾ। ਇਹਦਾ ਮਨ ਸੰਸਾਰ ਦੇ ਪਦਾਰਥਾਂ ਵੱਲ ਕਦੀ ਵੀ ਆਕਰਸ਼ਿਤ ਨਹੀਂ ਹੋਇਆ। ਇਹਨੇ ਜਦੋਂ ਦਾ ਜਨਮ ਲਿਆ ਹੈ, ਇਹ ਮਾਇਆ ਦੇ ਪਦਾਰਥਾਂ, ਕੱਪੜਿਆਂ, ਗਹਿਣਿਆਂ, ਮਾਇਆ ਦੇ ਹੋਰ ਸਾਧਨਾਂ ਵੱਲ ਇਹਦਾ ਧਿਆਨ ਨਹੀਂ ਜਾਂਦਾ। ਇਹਨੂੰ ਤਾਂ ਆਪਣੇ ਪ੍ਰਸ਼ਾਦੇ ਦਾ ਵੀ ਫਿਕਰ ਨਹੀਂ ਹੁੰਦਾ। ਜੇ ਅਸੀਂ ਪਾ ਕੇ ਦੇ ਦਿੰਦੇ ਹਾਂ ਤੇ 2 ਪ੍ਰਸ਼ਾਦੇ ਛਕ ਲੈਂਦਾ, ਨਹੀਂ ਤਾਂ ਬਿਨਾਂ ਪ੍ਰਸ਼ਾਦੇ ਦੇ ਵੀ ਕਈ ਪਹਿਰ ਤਪ ਕਰਦਾ ਰਹਿੰਦਾ ਹੈ। ਪਏ ਪੰਜ ਭਰਾਤਾ ਬਰ ਵੀਰ। ਹੇ ਮੱਖਣ ਸ਼ਾਹ, ਇਹ ਮੇਰੇ 5 ਪੁੱਤਰ ਹੋਏ ਸਨ।
5 ਭਾਈ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ 5 ਪੁੱਤਰ ਸਨ। 3 ਮਾਤਾ ਨਾਨਕੀ ਦੇ ਪੇਟ ਤੋਂ ਹੋਏ ਸਨ, 1 ਮਾਤਾ ਦਮੋਦਰੀ ਦੇ ਸਨ, 1 ਬਾਬਾ ਸੂਰਜਮਲ ਮਾਤਾ ਮਹਾਦੇਵੀ ਦੇ ਪੇਟ ਤੋਂ ਹੋਏ ਸਨ। ਤੇ ਬਾਬਾ ਅਣੀ ਰਾਏ, ਅਟਲ ਰਾਏ ਤੇ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਦੇ ਪੇਟ ਤੋਂ ਹੋਏ ਸਨ। ਸੋ ਇਹ 5 ਭਰਾ ਸਨ ਗੁਰੂ 6ਵੇਂ ਪਾਤਸ਼ਾਹ ਦੇ ਪੁੱਤਰ। ਸਾਰੇ ਹੀ ਬੜੇ ਸ੍ਰੇਸ਼ਟ ਯੋਧੇ ਸਨ। ਛਤਰੀ ਧਰਮ ਬਿਖੈ ਧਰ ਧੀਰ। ਆਪਣੇ ਪਿਤਾ ਗੁਰਦੇਵ ਦੇ ਛਤਰੀ ਧਰਮ 'ਚ ਪੱਕੇ ਸਨ। ਸੂਰਬੀਰਾਂ ਬਹਾਦਰਾਂ ਵਾਲਾ ਇਹਨਾਂ ਦਾ ਧਰਮ ਸੀਗਾ। ਸਾਰੇ ਹੀ ਆਪਣੇ ਪਿਤਾ ਦੀ ਤਰ੍ਹਾਂ ਬੜੇ ਸੋਹਣੇ ਸਰੂਪ ਵਾਲੇ। ਭਾਵੇਂ ਬਾਬਾ ਅਟਲ ਰਾਏ ਜੀ 9 ਸਾਲ ਦੀ ਉਮਰ 'ਚ ਚਲੇ ਗਏ ਸਨ, ਪਰ ਆਪਣੇ ਪਿਤਾ ਦੀ ਤਰ੍ਹਾਂ ਉਹ ਵੀ ਬੜੇ ਕੱਦ ਵਾਲੇ। 9 ਸਾਲ ਦੇ ਇਦਾਂ ਲੱਗਦੇ ਸਨ ਜਿਵੇਂ 14-15 ਸਾਲ ਦੇ ਹੋਣ। ਕੱਦ ਕਾਠ ਇਦਾਂ ਦਾ ਸੀਗਾ। ਤੇ ਬਾਕੀ ਜਿਹੜੇ ਸਨ ਉਹ ਵੀ ਚੰਗੇ ਚੜ੍ਹਦੇ ਤੋਂ ਚੜ੍ਹਦੇ ਜਵਾਨ ਤੇ ਸੁੰਦਰ ਸਨ। ਵੱਡੋ ਭਰਾਤ ਗੁਰਦਿੱਤਾ ਭਇਆ। ਇਹਨਾਂ ਦਾ ਵੱਡਾ ਭਰਾ ਬਾਬਾ ਗੁਰਦਿੱਤਾ ਸੀ, ਜਿਨ੍ਹਾਂ ਬਾਰੇ ਬਚਨ ਆਉਂਦਾ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਉਹ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਹੀ ਚਹੇਤੇ ਆਗਿਆਕਾਰੀ ਪੁੱਤਰ ਸਨ। ਸਭ ਤੇ ਲਗਮਮ ਸਤ ਜਨਮਇਆ। ਤੇ ਸਭ ਤੋਂ ਛੋਟਾ ਇਹ ਮੇਰਾ ਪੁੱਤਰ ਤੇਗ ਬਹਾਦਰ 5 ਭਾਈਆਂ ਚੋਂ ਸਭ ਤੋਂ ਛੋਟਾ ਸੀ। ਇਹਨਾਂ ਤੋਂ ਵੱਡੇ ਸੀ ਬਾਬਾ ਅਟਲ ਰਾਏ, ਅਟਲ ਰਾਏ ਤੋਂ ਵੱਡੇ ਸੀ ਅਣੀ ਰਾਏ, ਅਣੀ ਰਾਏ ਤੋਂ ਵੱਡੇ ਸੀ ਸੂਰਜਮਲ, ਤੇ ਸੂਰਜਮਲ ਤੋਂ ਵੱਡੀ ਸੀ ਬੀਬੀ ਬੀਰੋ, ਤੇ ਬੀਰੋ ਤੋਂ ਵੱਡਾ ਸੀ ਬਾਬਾ ਗੁਰਦਿੱਤਾ ਜੀ। ਇਸ ਤਰ੍ਹਾਂ ਇਹ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੈਦਾ ਹੋਏ ਸਨ। ਨਹਿ ਵਿਵਹਾਰ ਰੁਚ ਹੈ ਜਿਸ ਕੋਈ। ਤੇ ਇਹਨਾਂ ਨੂੰ ਸੰਸਾਰ ਦੀਆਂ ਚੀਜ਼ਾਂ ਦਾ ਮੋਹ ਨਹੀਂ ਸੀ। ਕੋਈ ਵਿਹਾਰ ਸੰਸਾਰੀ ਇਹਨਾਂ ਨੂੰ ਦੁਚਦਾ ਨਹੀਂ ਸੀ। ਕਿਸੇ ਵੀ ਪਦਾਰਥ ਨੂੰ ਇਹ ਗ੍ਰਹਿਣ ਨਹੀਂ ਕਰਦੇ ਸਨ, ਚੰਗਾ ਨਹੀਂ ਸੀ ਸਮਝਦੇ ਪਦਾਰਥਾਂ ਨੂੰ। ਇਹ ਸਮਝਦੇ ਸਨ ਵੀ ਮਾਇਕ ਪਦਾਰਥ ਜਿੰਨੇ ਵੀ ਹਨ ਇਹ ਆਉਣ ਜਾਣ ਵਾਲੇ ਹਨ। ਐ ਜੀ ਕਿਆ ਮੰਗੋ ਕਿਛ ਰਹਿ ਨਾ ਦੀਸਾ, ਇਸ ਜਗ ਮੈਂ ਆਇਆ ਜਾਈ। ਇਹ ਵਾਹਿਗੁਰੂ ਤੇਰੇ ਤੋਂ ਇਹ ਦੁਨਿਆਵੀ ਚੀਜ਼ਾਂ ਕੀ ਮੰਗੀਏ, ਇਹ ਤਾਂ ਰਹਿਣ ਵਾਲੀਆਂ ਕੋਈ ਨਹੀਂ, ਆਉਣ ਜਾਣ ਵਾਲੀਆਂ ਹਨ। ਜੇ ਆਉਣਗੀਆਂ ਤਾਂ ਚਲੀਆਂ ਵੀ ਜਾਣਗੀਆਂ। ਹਾਂਜੀ। ਬੈਠਾ ਹੈ ਨਿਤ ਇਕਾਂਤ ਕੋ ਹੋਈ। ਸੋ ਨਿਤ ਇਕਾਂਤ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਰਹਿੰਦੇ ਸਨ। ਜਦੋਂ 6ਵੇਂ ਪਾਤਸ਼ਾਹ ਦਾ ਸਮਾਂ ਸੀ, 6ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ 23 ਸਾਲ ਦੀ ਸੀ, ਕਿਉਂਕਿ 1621 ਚ ਅਵਤਾਰ ਧਾਰਿਆ ਸਤਿਗੁਰੂ ਤੇਗ ਬਹਾਦਰ ਜੀ ਨੇ, ਤੇ 1644 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ। ਉਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ 23 ਸਾਲ ਦੀ ਸੀ, ਪਰ ਜਵਾਨੀ ਦੀ ਉਮਰ ਸੀ। ਬੜੇ ਸੋਹਣੇ ਸੁਨੱਖੇ ਜਵਾਨ ਸਨ। ਉਸ ਤੋਂ ਪਹਿਲਾਂ ਵੀ ਉਹਨਾਂ ਦਾ ਇਤਿਹਾਸ ਇੰਨਾ ਕਿ ਮਿਲਦਾ ਵੀ ਉਹ ਕੀਰਤਪੁਰ ਦੀਆਂ ਪਹਾੜੀਆਂ 'ਚ ਦੂਰ ਚਲੇ ਜਾਂਦੇ ਸਨ। ਕਿੰਨੇ ਕਿੰਨੇ ਦਿਨ, ਕਿੰਨਾ ਕਿੰਨਾ ਸਮਾਂ ਉੱਥੇ ਗੁਪਤ ਬਹਿ ਕੇ ਭਜਨ ਕਰਦੇ ਰਹਿਣਾ। ਜਦੋਂ ਮੌਜ ਆਉਣੀ ਤੇ ਘਰ ਆ ਜਾਣਾ, ਪਿਤਾ ਜੀ ਨੂੰ ਮੱਥਾ ਟੇਕ ਕੇ ਫਿਰ ਇਕਾਂਤ ਵਿੱਚ ਜਾ ਕੇ ਬੈਠ ਜਾਣਾ। ਕਿਸੇ ਨਾਲ ਬਹੁਤਾ ਬੋਲਦੇ ਨਹੀਂ ਸਨ ਤੇ ਨਾ ਹੀ ਬਹੁਤਾ ਖਾਣ ਪੀਣ ਦੇ ਪਦਾਰਥਾਂ ਵੱਲ ਧਿਆਨ ਦਿੰਦੇ ਸਨ। ਜਿਹੋ ਜਿਹਾ ਮਾਤਾ ਜੀ ਪ੍ਰਸ਼ਾਦਾ ਪਾ ਕੇ ਦੇ ਦਿੰਦੇ ਸਨ, ਉਹ 2 ਪ੍ਰਸ਼ਾਦੇ ਛਕ ਲੈਂਦੇ ਸਨ। ਇਸ ਤਰ੍ਹਾਂ ਦੀ ਇਹਨਾਂ ਦੀ ਬਿਰਤੀ ਮੁੱਢ ਤੋਂ ਹੀ ਬਚਪਨ ਤੋਂ ਰਹੀ ਹੈ। ਨਹਿ ਬੋਲਨ ਕਰ ਤੋ ਕਹਿ ਸੰਗ। ਇਹ ਬਹੁਤਾ ਕਿਸੇ ਨਾਲ ਬੋਲਦਾ ਵੀ ਨਹੀਂ ਸੀ। ਛੋਟਾ ਹੁੰਦਾ ਵੀ ਕਿਸੇ ਨਾਲ ਖੇਡਿਆ ਨਹੀਂ ਸੀ ਕਰਦਾ, ਜਿਵੇਂ ਬੱਚੇ ਚੰਚਲਤਾਈ ਕਰਦੇ ਨੇ, ਬੱਚਿਆਂ ਨਾਲ ਖੇਡਦੇ ਨੇ। ਤੇ ਇਹਦਾ ਸੁਭਾਅ ਭਗਤੀ ਵਾਲੇ ਪਾਸੇ ਜ਼ਿਆਦਾ ਸੀ। ਇਹਨਾਂ ਨੇ ਸਾਰੀ ਉਮਰ ਬਚਪਨ ਤੋਂ ਲੈ ਕੇ ਅੱਜ ਤੱਕ ਕਿਸੇ ਨਾਲ ਬਹੁਤਾ ਲਗਾਓ ਰੱਖਿਆ ਨਹੀਂ, ਨਾ ਮੋਹ ਰੱਖਿਆ ਹੈ, ਨਾ ਕਿਸੇ ਨਾਲ ਈਰਖਾ ਰੱਖੀ ਹੈ। ਬਸ ਆਪਣੇ ਆਪ ਵਿੱਚ ਹੀ ਮਸਤ ਰਹੇ ਹਨ। ਲੈਣ ਦੇਣ ਤੋਂ ਕਹਾ ਸੋ ਢੰਗ। ਸੋ ਲੈਣ ਦੇਣ ਦਾ ਇਹਨਾਂ ਨੂੰ ਕੋਈ ਦੁਨਿਆਵੀ ਤੌਰ ਤੇ ਢੰਗ ਨਹੀਂ ਹੈ। ਭਾਵ ਜਿਵੇਂ ਕਿ ਲੋਕਾਂ ਦਾ ਦੁਨਿਆਵੀ ਵਿਹਾਰ ਹੁੰਦਾ ਹੈ, ਕਿਸੇ ਦੇ ਬੱਚਿਆਂ ਦੇ ਵਿੱਚ ਹੁੰਦਾ ਵੀ ਕੋਈ ਖਾਣ ਪੀਣ ਦਾ ਸ਼ੌਂਕ, ਨੱਚਣ ਟੱਪਣ ਦਾ, ਸੈਰ ਸਪਾਟੇ ਦਾ, ਜਾਂ ਵਧੀਆ ਕੱਪੜੇ ਪਾਣੇ, ਵਧੀਆ ਗਹਿਣੇ ਪਾਣੇ, ਜਾਂ ਫਿਰ ਮਾਇਆ ਦੇ ਵਪਾਰ, ਬਿਜ਼ਨਸ ਕਰਨੇ, ਪੈਸਾ ਇਕੱਠਾ ਕਰਨਾ, ਧੀਆਂ ਪੁੱਤਰਾਂ ਨੂੰ ਪਾਲਣਾ। ਇਹ ਜਿਹੜੀਆਂ ਦੁਨਿਆਵੀ ਬਿਰਤੀਆਂ ਨੇ, ਕੁੜਮਾ ਸਾਕਾਂ ਨਾਲ ਵਰਤਣਾ, ਵਿਆਹ ਸ਼ਾਦੀਆਂ ਤੇ ਜਾਣਾ ਆਉਣਾ, ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇਹ ਚੀਜ਼ਾਂ ਤੋਂ ਮੇਰਾ ਪੁੱਤਰ ਬਹੁਤ ਹੀ ਨਿਰਲੇਪ ਰਿਹਾ ਹੈ। ਇਹਨੂੰ ਨਾ ਖਾਣ ਦਾ, ਨਾ ਪੀਣ ਦਾ, ਨਾ ਕਿਸੇ ਨਾਲ ਮਿਲਣ ਦਾ, ਨਾ ਵਰਤਣ ਦਾ, ਇਹ ਦੁਨਿਆਵੀ ਢੰਗ ਸਿੱਖਿਆ ਹੀ ਨਹੀਂ ਇਸਨੇ।
ਸਿੱਖਿਆ ਅਨੇਕ ਉਪਾਇ ਨ ਲਿਆਵਹਿ। ਦੇਖੋ ਪ੍ਰੇਮੀ ਸਿੱਖ ਇਹਨਾਂ ਵਾਸਤੇ ਵਧੀਆ ਵਧੀਆ ਭੇਟਾਵਾਂ ਵੀ ਲੈ ਕੇ ਆਉਂਦੇ ਸੀ, ਉਪਹਾਰ ਲੈ ਕੇ ਆਉਂਦੇ ਸੀ। ਭਨਹਿ ਬੇਨਤੀ ਗੁਰੂ ਮਨਾਵਹਿ। ਉਹ ਬੇਨਤੀਆਂ ਕਰਦੇ ਗੁਰੂ ਨੂੰ ਮਨਾਉਣ ਵਾਸਤੇ, ਗੁਰੂ ਦੀ ਖੁਸ਼ੀ ਲੈਣ ਵਾਸਤੇ ਬੇਨਤੀ ਕਰਦੇ ਸਨ। ਇਸਕੇ ਪ੍ਰਾਤ ਸਰਬ ਬੁੱਧ ਬੰਤੇ। ਇਹ ਨਹੀਂ ਸੀ ਪਰਵਾਹ ਕਰਦਾ। ਇਹਦੇ ਭਰਾ ਸਾਰੇ ਬੜੇ ਸਿਆਣੇ ਸਨ, ਬੁੱਧੀਮਾਨ ਸਨ। ਖਾਸ ਕਰਕੇ ਬਾਬੇ ਗੁਰਦਿੱਤੇ ਦੀ ਤਾਂ ਰੀਸ ਹੀ ਕੋਈ ਨਹੀਂ। ਬਾਬਾ ਗੁਰਦਿੱਤਾ ਭਗਤੀ 'ਚ ਵੀ ਪੂਰਾ, ਸ਼ਕਤੀ 'ਚ ਵੀ ਪੂਰਾ, ਕਰਾਮਾਤਾਂ ਵੀ ਉਹਦੇ ਵਿੱਚ ਬੇਅੰਤ ਸਨ। ਬਾਬੇ ਗੁਰਦਿੱਤਾ ਜੀ ਵਿੱਚ ਮਰੀ ਹੋਈ ਗਊ ਜਿੰਦਾ ਕਰ ਦਿੱਤੀ ਸੀ, ਤਾਂ ਹੀ ਫਿਰ ਆਪਣੇ ਪ੍ਰਾਣ ਤਿਆਗੇ ਸਨ। ਫਿਰ ਬਾਬਾ ਗੁਰਦਿੱਤਾ ਜੀ ਜੰਗ ਦੇ ਵਿੱਚ ਵੀ ਬੜੇ ਸੂਰਮੇ ਸਨ, ਤੇ ਉਸਮਾਨ ਖਾਨ ਨੂੰ, ਪੈਂਦੇ ਖਾਂ ਦੇ ਜਵਾਈ ਨੂੰ ਬਾਬਾ ਗੁਰਦਿੱਤਾ ਜੀ ਨੇ ਹੀ ਮਾਰਿਆ ਸੀ ਕਰਤਾਰਪੁਰ ਸਾਹਿਬ ਜੰਗ ਵਿੱਚ। ਸੂਰਬੀਰ ਬਹਾਦਰ ਯੋਧੇ ਲੜਾਕੂ ਵੀ ਸਨ। ਬਾਬਾ ਗੁਰਦਿੱਤਾ ਜੀ ਰਾਜਨੀਤੀ, ਧਰਮ ਨੀਤੀ, ਭਗਤੀ ਦੀ ਨੀਤੀ, ਘਰ ਦਾ ਵਿਹਾਰ, ਲੈਣ ਦੇਣ, ਉਹ ਸਭ ਸਮਝਦੇ ਸਨ। ਉਹ ਹਰ ਤਰ੍ਹਾਂ ਨਾਲ ਪੂਰੇ ਸਨ। ਸੰਗਤਾਂ ਇਹ ਅੰਦਾਜ਼ਾ ਲਾਉਂਦੀਆਂ ਸਨ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਦੀ ਤੇ ਬਾਬਾ ਗੁਰਦਿੱਤਾ ਜੀ ਬੈਠਣਗੇ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਹੀ ਝੋਲਾ ਛੱਡ ਗਏ। ਪਿਤਾ ਦੇ ਹੁੰਦਿਆਂ ਹੀ ਇਹ ਸੰਸਾਰ ਤੋਂ ਚਾਲੇ ਪਾ ਗਏ। ਤਾਂ ਫਿਰ ਉਹਨਾਂ ਦੇ ਪੁੱਤਰ ਗੁਰੂ ਹਰਾਏ ਸਭ ਨੂੰ ਗੱਦੀ ਮਿਲੀ ਸੀ। ਹਾਂਜੀ, ਦੇਵ ਦੇਵ ਸਭ ਸੋਭਰ ਤੰਤੇ। ਉਹ ਜਿਹੜੇ ਸਨ ਬਾਬਾ ਗੁਰਦਿੱਤਾ ਜੀ, ਦੂਜੇ ਬਾਬਾ ਸੂਰਜਮਲ ਜੀ, ਉਹ ਲੈਣ ਦੇਣ, ਵਿਹਾਰ ਤੋਂ ਵਿਹਾਰ ਵਿੱਚ ਬਹੁਤ ਚਤੁਰ ਸਨ। ਬਾਬਾ ਗੁਰਦਿੱਤਾ ਜੀ ਦੀ ਤਾਂ ਅਧਿਆਤਮਕ ਸ਼ਕਤੀ ਵੀ ਬਹੁਤ ਸੀ, ਤੇ ਬਾਬਾ ਸੂਰਜਮਲ ਜੀ ਜਿਹੜੇ ਸਨ ਉਹ ਪ੍ਰਬੰਧਕ ਸਨ ਗੁਰੂ ਘਰ ਦੇ। ਜਿਵੇਂ ਕੋਈ ਮੈਨੇਜਮੈਂਟ ਕਰਨੀ ਹੋਵੇ ਤੇ ਉਹਦੇ ਵਾਸਤੇ ਜਿਹੜਾ ਦਿਮਾਗ ਸੀਗਾ ਉਹ ਬਾਬਾ ਸੂਰਜਮਲ ਜੀ ਦਾ ਕੰਮ ਕਰਦਾ ਸੀ। 6ਵੇਂ ਪਾਤਸ਼ਾਹ ਦੇ ਹੁੰਦਿਆਂ ਹੀ ਬਾਬਾ ਸੂਰਜਮਲ ਜੀ ਗੁਰੂ ਕੇ ਲੰਗਰਾਂ ਦਾ, ਬਿਲਡਿੰਗਾਂ ਦਾ, ਘੋੜਿਆਂ ਦਾ ਤੇ ਘਾਹ ਪੱਠੇ ਦਾ, ਹੋਰ ਜਿਹੜੀਆਂ ਜ਼ਿੰਮੇਵਾਰੀਆਂ ਵੱਡੀਆਂ ਛੋਟੀਆਂ ਸੰਗਤਾਂ ਨੂੰ ਸਾਂਭਣਾ ਤੇ ਖਰੀਦੋ ਫਰੋਖਤ ਕਰਨੀ, ਲੈਣਾ ਦੇਣਾ, ਉਹ ਬਾਬਾ ਸੂਰਜਮਲ ਜੀ ਕਰਦੇ ਸਨ। ਬਹੁਤ ਮੋਲ ਕੇ ਬਸਤਰਨ ਪਹਿਰਾ। ਤੇ ਉਹ ਫਿਰ ਰਾਜਸੀ ਬਿਰਤੀ ਵੀ ਰੱਖਦੇ ਸਨ। ਬਹੁਤ ਕੀਮਤੀ ਕੱਪੜੇ ਬਾਬਾ ਗੁਰਦਿੱਤਾ ਜੀ ਵੀ ਕਲਗੀ ਲਾਉਂਦੇ ਸਨ, ਤੇ ਸੋਹਣੇ ਸ਼ਸਤਰ ਬਸਤਰ ਪਿਤਾ ਦੇ ਤਰ੍ਹਾਂ ਹੀ 6ਵੇਂ ਪਾਤਸ਼ਾਹ ਦੀ ਤਰ੍ਹਾਂ ਉਹ ਜਵਾਨ ਸਨ, ਤੇ ਉਦਾਂ ਹੀ ਉਹ ਬਸਤਰ ਸ਼ਸਤਰ ਪਹਿਨ ਕੇ ਤਿਆਰ ਬਰ ਤਿਆਰ ਰਹਿੰਦੇ ਸਨ। ਤੇ ਬਾਬਾ ਜੀ ਜਿਹੜੇ ਸਨ ਸੂਰਜਮਲ ਜੀ, ਉਹ ਵੀ ਬੜੇ ਕੀਮਤੀ ਚੋਲੇ ਪਹਿਨਣੇ, ਸ਼ਸਤਰ ਬਸਤਰ ਪਹਿਨਣੇ, ਤੇ ਚੰਗੇ ਚੰਗੇ ਸੋਹਣੇ ਘੋੜਿਆਂ ਦੀ ਸਵਾਰੀ ਕਰਨੀ। ਬਾਬਾ ਜੀ, ਬਾਬਾ ਸੂਰਜਮਲ ਜੀ ਤੇ ਬਾਬਾ ਗੁਰਦਿੱਤਾ ਜੀ ਉਹ ਰਾਜਸੀ ਬਿਰਤੀ ਵਿੱਚ ਵੀ ਰਹਿੰਦੇ ਸਨ। ਸਿੱਖਿਅਨ ਬਿਖੈ ਭਜਾਵਹਿ ਠਹਿਰਾ। ਉਹਨਾਂ ਦੀ ਮਾਨਤਾ ਵੀ ਸਿੱਖਾਂ ਵਿੱਚ, ਪੂਜਾ ਵੀ ਬੜੀ ਸੀ। ਸਾਰੀ ਸੰਗਤ ਉਹਨਾਂ ਨੂੰ ਹੀ ਜਾਣਦੀ ਸੀ। ਹੋਇ ਜਿਸ ਉਚਿਤ ਵਰਤ ਹੈ ਤੈਸੇ। ਜਿੱਦਾਂ ਜਿਹਦੇ ਨਾਲ ਵਰਤਣਾ, ਜਿਵੇਂ ਵਰਤਣਾ ਉਵੇਂ ਵਰਤ ਲੈਂਦੇ ਸਨ। ਯਾਨੀ ਉਹਨਾਂ ਨੂੰ ਹਰ ਇੱਕ ਚੀਜ਼ ਦਾ ਗਿਆਨ ਸੀ ਦੁਨਿਆਵੀ ਤੌਰ ਤੇ, ਵੀ ਕਿੱਥੇ ਕਿੱਦਾਂ ਗੱਲਬਾਤ ਕਰਨੀ ਹੈ, ਕਿਵੇਂ ਵਰਤਣਾ ਹੈ, ਕਿਵੇਂ ਲੈਣਾ ਹੈ, ਕਿਵੇਂ ਦੇਣਾ ਹੈ, ਕਿਵੇਂ ਬਹਿਣਾ ਹੈ, ਕਿਵੇਂ ਖਲੋਣਾ ਹੈ। ਰਹਿਣੀ ਬਹਿਣੀ ਕਹਿਣੀ ਸਹਿਣੀ 'ਚ ਉਹ ਵੱਡੇ ਜਿਹੜੇ ਸਨ ਉਹ ਪੂਰੇ ਸਨ। ਅਨੇਕ ਮਨੁਜ ਸੰਗੀ ਰਹਿ ਜੈਸੇ। ਤੇ ਉਹਨਾਂ ਦੇ ਨਾਲ ਬਹੁਤ ਲੋਕ ਫਿਰ ਪ੍ਰੇਮ ਵੀ ਕਿਉਂਕਿ ਉਹ ਸਾਰਿਆਂ ਨੂੰ ਪ੍ਰੇਮ ਕਰਦੇ ਸਨ। ਜਦੋਂ ਅਸੀਂ ਕਿਸੇ ਨਾਲ ਬੋਲਾਂਗੇ ਤਾਂ ਹੀ ਅਗਲਾ ਸਾਡੇ ਨਾਲ ਗੱਲ ਕਰੇਗਾ। ਜੇ ਅਸੀਂ ਕਿਸੇ ਨਾਲ ਬੋਲਣਾ ਹੀ ਨਹੀਂ, ਕਿਸੇ ਨਾਲ ਗੱਲਬਾਤ ਹੀ ਨਹੀਂ ਕਰਨੀ, ਵੱਖਰੇ ਵੱਖਰੇ ਹੀ ਰਹਿਣਾ, ਤੇ ਫਿਰ ਦੁਨੀਆ ਸਾਡੇ ਨਾਲ ਕਿਵੇਂ ਸੈਟਲ ਹੋ ਸਕਦੀ ਹੈ, ਕਿਵੇਂ ਆਪਸ ਵਿੱਚ ਇੱਕ ਹੋ ਸਕਦੀ ਹੈ। ਸੋ ਬਾਬਾ ਗੁਰਦਿੱਤਾ, ਬਾਬਾ ਸੂਰਜਮਲ ਜਿਹੜੇ ਦੂਜੇ ਗੁਰੂ ਦੇ ਪੁੱਤਰ ਸਨ, 6ਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਸਨ, ਉਹਨਾਂ ਦਾ ਵਰਤਾਰਾ ਜਿਹੜਾ ਸੀ ਉਹ ਸੰਸਾਰ ਦੇ ਨਾਲ ਬਹੁਤ ਪੂਰਾ ਸੀ। ਪਰ ਇਹ ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਹੈ, ਇਹ ਦੁਨਿਆਵੀ ਗੱਲਾਂ ਤੋਂ ਬੜਾ ਵੱਖਰਾ ਰਿਹਾ ਹੈ। ਬਹੁਤ ਮੋਲ ਕੇ ਭੂਖਨ ਧਾਰਾ। ਬਾਬਾ ਗੁਰਦਿੱਤਾ, ਬਾਬਾ ਸੂਰਜਮਲ ਜੀ ਬੜੇ ਲੰਮੇ ਉੱਚੇ ਸੋਹਣੇ ਜਵਾਨ ਵੀ ਸਨ, ਤੇ ਉਸੇ ਹਿਸਾਬ ਨਾਲ ਗਹਿਣੇ ਕੱਪੜੇ ਵੀ ਬੜੇ ਮਹਿੰਗੇ ਪਹਿਨਦੇ ਸਨ। ਆਪਨ ਅਧਿਕਤਾ ਚਾਹਤ ਉਚਾਰਾ। ਔਰ ਉਹਨਾਂ ਦੀ ਵਡਿਆਈ ਵੀ ਬੜੀ ਸੀ, ਉਹਨਾਂ ਦਾ ਪ੍ਰਤਾਪ ਵੀ ਬੜਾ ਸੀ। ਸਾਰੀ ਸੰਗਤ ਉਹਨਾਂ ਨੂੰ ਚਾਹੁੰਦੀ ਸੀ। ਖਾਸ ਕਰਕੇ ਬਾਬਾ ਗੁਰਦਿੱਤਾ ਜੀ ਬਾਰੇ ਤਾਂ ਸੰਗਤ ਵਿੱਚ ਇਹ ਵਿਸ਼ਵਾਸ ਸੀ ਕਿ ਇਹੀ ਹੁਣ 7ਵੇਂ ਪਾਤਸ਼ਾਹ ਬਣਨਗੇ। ਆਮ ਗੱਲਾਂ ਇਹੀ ਚੱਲਦੀਆਂ ਸਨ, ਪਰ ਗੁਰੂ ਦੀ ਗੱਲ ਨੂੰ ਗੁਰੂ ਹੀ ਜਾਣਦਾ ਹੈ। ਗੁਰੂ ਪਾਤਸ਼ਾਹ ਨੂੰ ਮਨਜ਼ੂਰ ਨਹੀਂ ਸੀ। ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁੰਦਿਆਂ ਹੀ ਚੋਲਾ ਛੱਡ ਗਏ।
ਪਿਤਾ ਪਾਸ ਤੇ ਅਪਨ ਵਡਾਈ। ਤੇ ਪਿਤਾ ਦੇ ਸਨਮੁਖ ਵੀ ਉਹਨਾਂ ਦੀ ਵਡਿਆਈ ਹੁੰਦੀ ਸੀ। ਗੁਰੂ ਹਰਗੋਬਿੰਦ ਸਾਹਿਬ ਵੀ ਬਾਬਾ ਗੁਰਦਿੱਤਾ ਤੇ ਬਾਬਾ ਸੂਰਜਮਲ ਨੂੰ ਹੱਲਾ ਸ਼ੇਰੀ ਦਿੰਦੇ ਸਨ। ਅਬ ਲਾਖਤ ਪੇ ਬਿਦਨ ਬਨਾਈ। ਤੇ ਉਹ ਵੀ ਚਾਹੁੰਦੇ ਸਨ ਵੀ ਪਿਤਾ ਦੀ ਨਿਗਾਹ ਵਿੱਚ ਪ੍ਰਵਾਨ ਹੋ ਜਾਈਏ। ਤਰਲ ਤਰੰਗਨ ਪਰ ਆਰੋਹਾ। ਬੜੇ ਬੜੇ ਸੋਹਣੇ ਘੋੜਿਆਂ ਦੀ ਉਹ ਸਵਾਰੀ ਕਰਦੇ ਸਨ ਤੇ ਬੜੇ ਸ਼ਿਕਾਰ ਦੇ ਵੀ ਸ਼ੌਕੀਨ ਸਨ। ਬਾਬਾ ਗੁਰਦਿੱਤਾ ਜੀ ਵੀ ਸ਼ਿਕਾਰ ਨੂੰ ਜਾਣਦੇ ਸਨ, ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡਦੇ ਸਨ। ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਸ਼ਸਤਰਧਾਰੀ ਵੀ, ਚੰਗੇ ਚੰਗੇ ਬਾਜ ਰੱਖਣੇ, ਸ਼ਿਕਾਰੀ ਕੁੱਤੇ ਰੱਖਣੇ, ਸ਼ਿਕਾਰ ਖੇਡਣ ਜਾਣਾ, ਇਹ ਉਹਨਾਂ ਦੀ ਰਾਜਸੀ ਬਿਰਤੀ ਸੀ। ਸ਼ਸਤਰ ਸਜਾਏ ਸਬਨ ਮਹਿ ਸੋਹਾ। ਤੇ ਸ਼ਸਤਰ ਵੀ ਸਜਾ ਕੇ ਗਾਤਰੇ, ਸੁਨਹਿਰੀ ਮੁੱਠੇ ਵਾਲੀਆਂ, ਹੀਰੇ ਜੜੇ ਹੋਏ ਤਲਵਾਰਾਂ ਨੂੰ, ਇਹੋ ਜਿਹੀਆਂ ਕੀਮਤੀ ਤਲਵਾਰਾਂ ਗਾਤਰੇ 'ਚ ਪਾਈਆਂ ਹੁੰਦੀਆਂ। ਸੀਸ ਤੇ ਕਲਗੀਆਂ, ਢਾਲਾਂ ਤੇ ਬੰਦੂਕਾਂ, ਤੀਰ ਕਮਾਨ, ਏਦਾਂ ਦੇ ਸ਼ਸਤਰ ਬਾਬਾ ਗੁਰਦਿੱਤਾ ਜੀ ਤੇ ਬਾਬਾ ਸੂਰਜਮਲ ਜੀ ਸਜਾ ਕੇ ਰੱਖਦੇ ਸਨ। ਪਿਤ ਕੇ ਸਾਥ ਜਹਾ ਕਹਿ ਜਾਹੇ। ਜਿੱਥੇ ਵੀ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਸਨ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ ਉਹਨਾਂ ਦੇ ਨਾਲ ਜਾਂਦੇ ਸਨ। ਜਾਂ ਜਿੱਥੇ ਗੁਰੂ ਸਾਹਿਬ ਨੂੰ ਭੇਜਣਾ ਹੁੰਦਾ ਸੀ, ਉਹਨਾਂ ਆਪਣੇ ਪੁੱਤਰਾਂ ਨੂੰ ਭੇਜਦੇ ਸਨ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਤੇ ਬਾਬਾ ਸੂਰਜਮਲ ਜੀ ਦੋਵਾਂ ਗੁਰੂ ਪੁੱਤਰਾਂ ਦਾ ਤਾਂ ਸਾਰੇ ਸਿੱਖ ਪੰਥ ਵਿੱਚ ਬਹੁਤ ਜ਼ਿਆਦਾ ਮਾਣ ਸਤਿਕਾਰ ਹੋ ਗਿਆ ਸੀ, ਛੇਵੇਂ ਪਾਤਸ਼ਾਹ ਦੇ ਹੁੰਦਿਆਂ ਹੀ। ਪਨਹ ਸਨਹ ਬਿਦ ਤਹ ਸਭ ਮਾਹੇ। ਔਰ ਇਹੀ ਜਿਹੜੇ ਸਨ ਸੰਗਤ ਨਾਲ ਗੱਲਬਾਤ ਕਰਦੇ ਸਨ, ਹਰ ਇੱਕ ਪ੍ਰੋਗਰਾਮ ਤੇ ਇਹੀ ਅੱਗੇ ਹੁੰਦੇ ਸਨ, ਮੋਹਰੀ ਸਨ ਗੁਰੂ ਘਰ ਦੇ। ਬਾਬਾ ਗੁਰਦਿੱਤਾ ਜੀ ਰੂਹਾਨੀ ਸ਼ਕਤੀ ਦੇ ਮਾਲਕ ਵੀ ਸਨ ਤੇ ਬਾਹਰੋਂ ਵੀ ਵਿਹਾਰਕ ਤੌਰ ਤੇ ਵੀ ਬੜੇ ਸੁਲਝੇ ਹੋਏ ਸਨ। ਬਾਬਾ ਸੂਰਜਮਲ ਜੀ ਭਾਵੇਂ ਰੂਹਾਨੀਅਤ ਵਾਲੇ ਪਾਸੇ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਮਿਲਦਾ, ਪਰ ਪ੍ਰਬੰਧਕ ਉਹ ਵੀ ਬੜੇ ਵਧੀਆ ਸਨ। ਕੀਰਤਪੁਰ ਸਾਹਿਬ ਦੇ ਸਾਰੇ ਪ੍ਰਬੰਧ ਨੂੰ ਬਾਬਾ ਸੂਰਜਮਲ ਜੀ ਚਲਾਉਂਦੇ ਰਹੇ ਹਨ। ਬਾਅਦ ਵਿੱਚ ਵੀ ਉਹਨਾਂ ਦੇ ਪੁੱਤਰ ਪੋਤਰੇ ਬਾਬਾ ਗੁਲਾਬ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ ਨੂੰ 10ਵੇਂ ਪਾਤਸ਼ਾਹ ਮਹਾਰਾਜ ਤੋਂ ਬਾਅਦ ਅਨੰਦਪੁਰ ਸਾਹਿਬ ਦਾ ਪ੍ਰਬੰਧ ਮਿਲ ਗਿਆ ਸੀ। ਫਿਰ ਕਈ ਸਾਲ ਬਾਬਾ ਗੁਲਾਬ ਸਿੰਘ ਤੇ ਬਾਬਾ ਸ਼ਾਮ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਸੋਢੀ ਸਾਹਿਬਜ਼ਾਦੇ ਰਹੇ ਹਨ। 1925 ਜਦੋਂ ਸ਼੍ਰੋਮਣੀ ਕਮੇਟੀ ਬਣੀ ਹੈ, ਉਦੋਂ ਤੱਕ ਬਾਬਾ ਗੁਲਾਬ ਸਿੰਘ ਜੀ ਤੇ ਬਾਬਾ ਸ਼ਾਮ ਸਿੰਘ ਜੀ ਦੇ ਪਰਿਵਾਰ ਸੋਢੀ ਸਾਹਿਬਜ਼ਾਦੇ ਹੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਆਨੰਦਗੜ੍ਹ ਸਾਹਿਬ, ਲੋਹਗੜ੍ਹ ਸਾਹਿਬ, ਜਿੰਨੇ ਵੀ ਗੁਰੂ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਹਨ, ਕੀਰਤਪੁਰ ਸਾਹਿਬ ਦੇ ਹਨ, ਇਹਨਾਂ ਦਾ ਪ੍ਰਬੰਧ ਸੋਢੀ ਸਾਹਿਬਜ਼ਾਦੇ ਹੀ ਕਰਦੇ ਰਹੇ ਹਨ। ਸੋ ਇਹਨਾਂ ਮਹਾਂਪੁਰਸ਼ਾਂ ਦਾ ਮਾਤਾ ਨਾਨਕੀ ਜੀ ਜ਼ਿਕਰ ਕਰ ਰਹੇ ਨੇ। ਕਹਿੰਦੇ ਗੁਰੂ ਦੇ ਦੋ ਵੱਡੇ ਪੁੱਤਰ ਸਨ, ਜਿਹੜੇ ਬਹੁਤ ਹੀ ਸੁਲਝੇ ਹੋਏ ਸਿਆਣੇ ਸਨ। ਸਭ ਤਨ ਸਤ ਅਰ ਨਿਜ ਸੁਤ ਚਾਲ। ਹਾਂਜੀ ਹਾਂ, ਆਪਣੀਆਂ ਸੌਕਣਾਂ ਦੇ ਪੁੱਤਰਾਂ ਦੀ ਤੇ ਆਪਣੇ ਪੁੱਤਰ ਦੀ ਚਾਲ ਮੈਂ ਦੇਖਦੀ ਰਹਿੰਦੀ ਸੀ। ਮੈਂ ਹੈਰਾਨ ਹੁੰਦੀ ਸੀ ਵੀ ਮੇਰੀਆਂ ਸੌਕਾਂ ਦੇ ਪੁੱਤਰ ਜਿਹੜੇ ਹਨ, ਦਮੋਦਰੀ ਦਾ ਪੁੱਤਰ ਗੁਰਦਿੱਤਾ ਤੇ ਮਾਤਾ ਮਰਵਾਈ ਦਾ ਪੁੱਤਰ ਸੂਰਜਮਲ, ਉਹ ਤਾਂ ਬੜੇ ਸੁਲਝੇ ਹੋਏ ਹਨ, ਪਰ ਮੇਰੇ ਪੁੱਤਰ ਮਸਤਾਨੇ ਹਨ। ਬਾਬਾ ਅਣੀ ਰਾਏ ਜੀ ਉਹ ਵੀ ਮਸਤਾਨੀ ਸੁਭਾਅ ਰੱਖਦੇ ਸਨ, ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਮਿਲਦਾ। ਉਹ ਵੀ ਕਹਿੰਦੇ ਬਹੁਤੀ ਲੰਮੀ ਉਮਰ ਵੀ ਨਹੀਂ ਪਾਈ, ਪਰ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਜਾਂ ਹੋਰ ਇਤਿਹਾਸ ਘੱਟ ਹੀ ਮਿਲਦਾ ਹੈ। ਬਾਬਾ ਅਟਲ ਰਾਏ ਜੀ ਦਾ ਜ਼ਿਕਰ ਆਉਂਦਾ ਵੀ ਉਹ 9 ਸਾਲ ਦੀ ਉਮਰ ਵਿੱਚ ਆਪਣੀ ਕਰਾਮਾਤ ਦਿਖਾ ਕੇ ਆਪਣੇ ਮਰੇ ਹੋਏ ਸਾਥੀ ਨੂੰ ਜਿੰਦਾ ਕਰਨ ਕਰਕੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਜੋਤੀ ਜੋਤ ਸਮਾ ਗਏ ਸਨ। ਉਹਨਾਂ ਦਾ ਗੁਰਦੁਆਰਾ ਬਾਬਾ ਅਟਲ ਰਾਏ ਦਿਉਰਾ ਕੌਲਸਰ ਸਰੋਵਰ ਦੇ ਕੰਢੇ ਤੇ ਸ੍ਰੀ ਅੰਮ੍ਰਿਤਸਰ 'ਚ ਮੌਜੂਦ ਹੈ। ਤੋ ਮਾਤਾ ਸੋ ਕਹਿ ਰਹੀ ਹੈ ਵੀ ਆਪਣੀਆਂ ਸੌਕਣਾਂ ਦੇ ਪੁੱਤਰਾਂ ਵਿੱਚ ਤੇ ਮੇਰੇ ਪੁੱਤਰਾਂ 'ਚ ਜੋ ਫਰਕ ਸੀ, ਉਹਨਾਂ ਦੀ ਚਾਲ ਵਿੱਚ ਜਿਹੜਾ ਫਰਕ ਸੀ, ਮੈਂ ਦੇਖਦੀ ਸੀ। ਮਮ ਮਨ ਹੋਵਤ ਦੇਖ ਬਿਹਾਲ। ਮੇਰਾ ਮਨ ਦੁਖੀ ਹੁੰਦਾ ਸੀ ਵੀ ਮੇਰੀ ਔਲਾਦ ਜਿਹੜੀ ਹੈ ਇਹ ਬਹੁਤੀ ਫਕੀਰ ਬਿਰਤੀ ਵਾਲੀ ਹੈ, ਸਾਧੂ ਬਿਰਤੀ ਵਾਲੇ। ਅਟਲ ਰਾਏ ਕੁਝ ਸਿਆਣਾ ਸੀ, ਪਰ ਉਹ ਛੋਟੀ ਉਮਰ ਵਿੱਚ ਹੀ ਚਾਲੇ ਪਾ ਗਿਆ। ਅਣੀ ਰਾਏ ਵੀ ਨਾਮ ਜਪਣ ਵਿੱਚ ਮਸਤਾਨਾ ਰਿਹਾ। ਇਹ ਮੇਰਾ ਪੁੱਤਰ ਤੇਗ ਬਹਾਦਰ ਸਾਰਿਆਂ ਤੋਂ ਛੋਟਾ, ਤੇ ਇਹਨੇ ਵੀ ਸੰਸਾਰ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਅਣੀ ਰਾਏ ਨੇ ਵਿਆਹ ਨਹੀਂ ਕਰਾਇਆ। ਕਹਿੰਦੇ ਜਿਹੜਾ ਮਾਤਾ ਗੁਜਰੀ ਜੀ ਦਾ ਰਿਸ਼ਤਾ ਹੈ, ਉਹ ਆਇਆ ਤਾਂ ਅਣੀ ਰਾਏ ਵਾਸਤੇ ਸੀਗਾ,
ਮਾਤਾ ਬਿਸ਼ਨ ਕੌਰ ਜੀ ਆਪਣੇ ਪਤੀ ਬਾਬਾ ਲਾਲ ਚੰਦ ਨੂੰ ਕਹਿਣ ਲੱਗੀ ਵੀ ਆਪਣੀ ਗੁਜਰੀ ਵਿਆਹਣ ਯੋਗ ਹੈ ਤੇ ਗੁਰੂ ਸਾਹਿਬ ਦੇ 2 ਪੁੱਤਰ ਵੀ ਵਿਆਹਣ ਯੋਗ ਹਨ, ਅਣੀ ਰਾਏ ਅਣੀ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ। ਸੂਰਜਮਲ ਦਾ ਵਿਆਹ ਹੋਇਆ ਸੀਗਾ। ਸੂਰਜਮਲ ਦੇ ਪਤਨੀ ਮਾਤਾ ਖੇਮ ਕੌਰ, ਉਹ ਵੀ ਇੱਥੋਂ ਦੀ ਕਰਤਾਰਪੁਰ ਜਲੰਧਰ ਦੀ ਸੀਗੀ, ਉੱਥੇ ਹੀ ਮਾਤਾ ਗੁਜਰੀ। ਇਹ ਦੋਵੇਂ ਦਰਾਣੀਆਂ ਜਠਾਣੀਆਂ ਕਰਤਾਰਪੁਰ ਦੀਆਂ ਸਨ, ਜਲੰਧਰ ਦੀਆਂ। ਤੋ ਮਾਤਾ ਗੁਜਰੀ ਦੇ ਮਾਤਾ ਬਿਸ਼ਨ ਕੌਰ ਨੇ ਫਿਰ ਰਿਸ਼ਤਾ ਕੀਤਾ ਸੀ। ਜਦੋਂ ਅਣੀ ਰਾਏ ਨੂੰ ਪੁੱਛਿਆ ਭਾਈ ਗੁਰਦਾਸ ਜੀ ਨੇ ਵੀ ਤੁਹਾਡਾ ਰਿਸ਼ਤਾ ਕਰ ਦਈਏ, ਉਹ ਕਹਿੰਦੇ ਮਹਾਰਾਜ ਮੈਂ ਇਸ ਜੰਜਾਲ 'ਚ ਪੈਣਾ ਹੀ ਨਹੀਂ, ਮੈਂ ਵਿਆਹ ਹੀ ਕਰਾਉਣਾ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਰਿਸ਼ਤਾ ਕੀਤਾ ਸੀ, ਉਹਨਾਂ ਨੇ ਹੁਕਮ ਮੰਨਿਆ ਸੀ ਆਪਣੇ ਪਿਤਾ ਦਾ। ਸੋ ਮਾਤਾ ਕਹਿੰਦੀ ਹੈ ਵੀ ਮੈਂ ਆਪਣੇ ਪੁੱਤਰ ਵੱਲ ਵੇਖ ਵੇਖ ਕੇ ਦੁਖੀ ਹੁੰਦੀ ਸੀ। ਦਿਨ ਰਾਤ ਮੈਂ ਚਿੰਤਾ 'ਚ ਰਹਿੰਦੀ ਸੀ ਵੀ ਮੇਰਾ ਪੁੱਤਰ ਕਿਉਂ ਨਹੀਂ ਸੰਸਾਰੀ ਬਿਰਤੀ ਰੱਖਦਾ, ਕਿਉਂ ਨਹੀਂ ਜ਼ਿੰਮੇਵਾਰੀ ਸਮਝਦਾ, ਇਹ ਫਕੀਰੀ ਵਿੱਚ ਹੀ ਪਿਆ ਹੋਇਆ ਹੈ। ਮੈਂ ਕਿਸੇ ਨੂੰ ਕਹਿਣ ਜੋਗੀ ਵੀ ਨਹੀਂ ਸੀ, ਕਿਉਂਕਿ ਆਪੋ ਆਪਣੇ ਕਰਮ ਹੁੰਦੇ ਨੇ। ਮੇਰਾ ਪੁੱਤਰ ਮਸਤਾਨਾ ਰਹਿੰਦਾ, ਭੋਲਾ ਰਹਿੰਦਾ, ਕਿਸੇ ਨਾਲ ਲੈਣ ਦੇਣ ਵਰਤੋਂ ਵਿਹਾਰ ਨਹੀਂ ਕਰਦਾ। ਆਪਣੇ ਭਾਗ ਜਾਣ ਕਰ ਮੰਦ, ਇਹ ਜਾਣ ਕੇ ਵੀ ਮੇਰੇ ਕਰਮ ਹੀ ਐਸੇ ਨੇ, ਮੇਰੇ ਕਰਮਾਂ 'ਚ ਇਹੀ ਲਿਖਿਆ। ਪਹਿਲਾਂ ਪੁੱਤਰ 2 ਜਿਹੜੇ ਸਨ, ਪਹਿਲਾਂ ਅਟਲ ਰਾਏ ਚਲਾ ਗਿਆ, ਫਿਰ ਅਣੀ ਰਾਏ ਵੀ ਚਲਾ ਗਿਆ। ਇਹ ਵੀ ਜਿਹੜਾ ਹੈ ਵਿਆਹ ਦਿੱਤਾ, ਪਰ ਵਿਆਹ ਕੇ ਵੀ ਇਹਨੇ ਗ੍ਰਸਤ ਵਿੱਚ ਪੈਰ ਨਹੀਂ ਪਾਇਆ। ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਆਹ ਕਰਾ ਕੇ ਵੀ ਲਗਭਗ ਸਾਧ ਸੰਗਤ ਜੀ 20-25 ਸਾਲ ਗ੍ਰਸਤ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ। ਮਾਤਾ ਜੀ ਵੀ ਭਗਤੀ ਕਰਦੇ ਰਹੇ, ਸਤਿਗੁਰੂ ਤੇਗ ਬਹਾਦਰ ਸਾਹਿਬ ਭਗਤੀ ਕਰਦੇ ਰਹੇ। ਜਿਵੇਂ 10ਵੇਂ ਪਾਤਸ਼ਾਹ ਨੇ ਲਿਖਿਆ ਨਾ ਕਿ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਜੋ ਇਹਨਾਂ ਮਹਾਂਪੁਰਸ਼ਾਂ ਨੇ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਭਗਤੀ ਕੀਤੀ, ਉਹਦੇ ਕਰਕੇ ਹੀ ਮਹਾਬਲੀ ਯੋਧੇ, ਸੂਰਬੀਰ ਯੋਧੇ, ਦੇਗ ਤੇਗ ਦੇ ਧਨੀ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਹਾ ਤੇਜਸਵੀ ਸ਼ਕਤੀ ਪ੍ਰਗਟ ਹੋਏ। ਉਹਨਾਂ ਨੇ ਖਾਲਸਾ ਪੰਥ ਸਾਜਿਆ ਤੇ ਦੁਨੀਆ ਦਾ ਤਖਤਾ ਹੀ ਉਲਟਾ ਕੇ ਰੱਖਤਾ, ਮੁਗਲਾਂ ਦਾ ਰਾਜ ਹੀ ਖਤਮ ਕਰਕੇ ਰੱਖਤਾ। ਇਹ ਵੱਡੀਆਂ ਪਾਵਰਾਂ ਸਨ ਜਿਹੜੀਆਂ ਤਾਂ ਹੀ ਆਉਂਦੀਆਂ ਨੇ। ਮਹਾਂਪੁਰਸ਼ ਤਾਂ ਹੀ ਪੈਦਾ ਹੁੰਦੇ ਜੇ ਮਾਤਾ ਪਿਤਾ ਦੀ ਭਗਤੀ ਹੋਵੇ। ਸੋ ਭਗਤੀ ਦਾ ਹੀ ਇਹ ਪ੍ਰਤਾਪ ਸੀਗਾ। ਮੈਂ ਆਪਣੇ ਪੁੱਤਰਾਂ ਦਾ ਇਹ ਹਾਲ ਵੇਖਦੀ ਤੇ ਆਪਣੀਆਂ ਸੌਕਣਾਂ ਦੇ ਪੁੱਤਰਾਂ ਦਾ ਵੱਧ ਕੇ ਪ੍ਰਤਾਪ ਦੇਖਦੀ ਸੀ। ਤੇ ਘਰ ਵਿੱਚ ਜਦੋਂ ਇਸ ਤਰ੍ਹਾਂ ਸਮਾਂ ਬੀਤਦਾ ਗਿਆ, ਮੈਂ ਦੇਖਦੀ ਕਦੀ ਕਦੀ ਮੇਰਾ ਪੁੱਤਰ ਤੇਗ ਬਹਾਦਰ ਪਿਤਾ ਕੋਲ ਜਾਂਦਾ ਸੀ, ਕਦੀ 15 ਦਿਨਾਂ ਪਿੱਛੋਂ, ਕਦੀ ਮਹੀਨੇ ਪਿੱਛੋਂ ਮੱਥਾ ਟੇਕਣ। ਨਹੀਂ ਤਾਂ ਇਹ ਪਹਾੜਾਂ ਦੀਆਂ ਕੰਧਰਾਂ 'ਚ ਬਹਿ ਕੇ ਸਾਰਾ ਦਿਨ ਭਜਨ ਕਰਦਾ ਰਹਿੰਦਾ ਸੀ ਤੇ ਕਿਸੇ ਨੂੰ ਮਿਲਦਾ ਗਿਲਦਾ ਨਹੀਂ ਸੀ। ਕੀਰਤਪੁਰ ਸਾਹਿਬ ਹਜ਼ਾਰਾਂ ਸੰਗਤਾਂ ਹੁੰਦੀਆਂ ਸੀ, ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਪੁੱਤਰ ਤੇਗ ਬਹਾਦਰ ਵੀ ਹੈ। ਕੋਈ ਸਿੱਖ ਜਿਹੜੇ ਖਾਸ ਗੁਰੂ ਘਰ ਦੇ ਨੇੜੇ ਸਨ ਉਹ ਤਾਂ ਜਾਣਦੇ ਸਨ, ਉਹ ਤਾਂ ਮਿਲਦੇ ਸਨ, ਪਰ ਆਮ ਸੰਗਤ ਵਿੱਚ ਇਹਨਾਂ ਦਾ ਕੋਈ ਪ੍ਰਚਾਰ ਨਹੀਂ ਸੀ। ਮੈਂ ਸਾਰਿਆਂ ਤੋਂ ਛੋਟਾ ਆਪਣੇ ਪੁੱਤਰ ਨੂੰ ਵੇਖਦੀ ਸੀ ਵੀ ਸਾਰਿਆਂ ਪੱਖਾਂ ਤੋਂ ਇਹ ਪਿੱਛੇ ਰਹਿ ਗਿਆ ਹੈ। ਇੱਕ ਤਾਂ ਇਹ ਕਿਸੇ ਨਾਲ ਬੋਲਦਾ ਚਾਲਦਾ ਨਹੀਂ, ਇੱਕ ਪਿਤਾ ਨੂੰ ਵੀ ਨਹੀਂ ਮਿਲਦਾ, ਤੇ ਸੰਗਤ ਵਿੱਚ ਵੀ ਇਹਦਾ ਕੋਈ ਬਹੁਤਾ ਅਸਰ ਪ੍ਰਤਾਪ ਨਹੀਂ ਬਣਿਆ। ਇਹ ਚੀਜ਼ ਦਾ ਮੈਨੂੰ ਥੋੜਾ ਜਿਹਾ ਮਨ ਵਿੱਚ ਖਿਆਲ ਆਉਂਦਾ ਸੀ, ਮੈਂ ਉਦਾਸ ਹੋ ਜਾਂਦੀ ਸੀ। ਇਹਦਾ ਮਨ ਸ਼ਾਂਤ ਰਹਿੰਦਾ, ਹਰ ਵੇਲੇ ਏਦਾਂ ਹੀ ਬੈਠਾ ਰਹਿੰਦਾ। ਬਚਪਨ ਤੋਂ ਮੈਂ ਇਹਨੂੰ ਦੇਖਦੀ ਆ, ਇਹ ਬਹੁਤਾ ਬੋਲਦਾ ਨਹੀਂ, ਕਿਸੇ ਨਾਲ ਲੈਣ ਦੇਣ ਨਹੀਂ ਰੱਖਦਾ। 4 ਹਸਤ ਤੇ ਪਿਖ ਲਗ ਮੇਰਾ, 4 ਵੱਡੇ ਸਨ ਤੇ ਸਭ ਤੋਂ ਛੋਟਾ ਇਹ ਮੇਰਾ ਪੁੱਤਰ ਤੇਗ ਬਹਾਦਰ ਸੀ। ਕਰਤ ਭਏ ਸਨਮਾਨ ਵਡੇਰਾ, ਪਰ ਗੁਰੂ ਹਰਗੋਬਿੰਦ ਸਾਹਿਬ 4 ਨਾਲੋਂ ਇਹਦਾ ਜ਼ਿਆਦਾ ਸਨਮਾਨ ਕਰਦੇ ਸੀ। ਬਾਬੇ ਗੁਰਦਿੱਤੇ ਨਾਲੋਂ ਵੀ, ਬਾਬੇ ਸੂਰਜਮਲ ਨਾਲੋਂ ਵੀ, ਬਾਬੇ ਅਣੀ ਰਾਏ ਨਾਲੋਂ ਵੀ, ਬਾਬੇ ਅਟਲ ਰਾਏ ਨਾਲੋਂ ਵੀ ਇਹਦਾ ਸਨਮਾਨ ਬਹੁਤ ਜ਼ਿਆਦਾ 6ਵੇਂ ਪਾਤਸ਼ਾਹ ਕਰਦੇ ਸੀ। ਇਸ ਗੱਲ ਦੀ ਮੈਨੂੰ ਹੈਰਾਨੀ ਵੀ ਹੁੰਦੀ ਸੀ ਬਈ ਹੈ ਇਹ ਵਿਚਾਰਾ ਭੋਲਾ ਜਿਹਾ, ਹੈ ਇਹ ਬਿਲਕੁਲ ਨਿਆਰਾ ਸਾਰਿਆਂ ਤੋਂ, ਤੇ ਵੱਡੇ ਪੁੱਤਰ ਬਹੁਤ ਤੇਜ਼ ਹਨ, ਹੁਸ਼ਿਆਰ ਹਨ, ਵਰਤੋਂ ਵਰਤਾਰ ਵਿੱਚ ਸਾਰੇ ਪਾਸੇ ਤੋਂ ਕੁਸ਼ਲ ਹਨ। ਉਹਨਾਂ ਦਾ ਗੁਰੂ ਸਾਹਿਬ ਇੰਨਾ ਸਤਿਕਾਰ ਨਹੀਂ ਕਰਦੇ,
ਜਿਨ੍ਹਾਂ ਆਪਣੇ ਛੋਟੇ ਪੁੱਤਰ ਤੇਗ ਬਹਾਦਰ ਦਾ ਕਰਦੇ ਹਨ। ਚਰਨ ਉਠਾਏ ਬਿਠਾਵਨ ਕੀਨਸ, ਬਲਕਿ ਕਈ ਵਾਰੀ ਆਪਣਾ ਗੋਡਾ ਚੁੱਕ ਕੇ ਬਿਲਕੁਲ ਗੋਡੇ ਦੇ ਕੋਲ ਬਿਠਾ ਲੈਂਦੇ ਹੁੰਦੇ ਸਨ, ਇੱਥੇ ਬਹਿ ਜਾ ਪੁੱਤਰ। ਤੇ ਤੇਗ ਬਹਾਦਰ ਜੀ ਆ ਕੇ ਗੋਡੇ ਦੇ ਕੋਲ ਬਹਿ ਕੇ ਮੱਥਾ ਟੇਕ ਕੇ ਚਰਨਾਂ 'ਚ ਬਹਿ ਜਾਂਦੇ ਸਨ। ਮੁਖ ਤੇ ਬੋਲ ਅਦ ਕਹਿਤ ਦੀਨਸ, ਤੇ ਬਹੁਤ ਪਿਆਰ ਨਾਲ ਬੁਲਾਉਂਦੇ ਸਨ ਛੇਵੇਂ ਪਾਤਸ਼ਾਹ, ਬਹੁਤ ਸਤਿਕਾਰ ਨਾਲ ਗੱਲ ਕਰਦੇ ਸਨ ਇਹਦੇ ਨਾਲ। ਕਹਿੰਦੇ ਜਦੋਂ ਜਨਮ ਹੋਇਆ ਸੀ ਨਾ ਤੇਗ ਬਹਾਦਰ ਜੀ ਦਾ, ਉਸ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਨੇ ਆ ਕੇ ਚਰਨਾਂ 'ਚ ਸੀਸ ਝੁਕਾਤਾ ਸੀ। ਭਾਈ ਬਿਧੀ ਚੰਦ ਨੇ ਪੁੱਛਿਆ, ਮਹਾਰਾਜ ਬੱਚਾ ਇੱਕ ਦਿਨ ਦਾ ਹੈ ਤੇ ਤੁਸੀਂ ਇਹਨੂੰ ਨਮਸਕਾਰ ਕਿਉਂ ਕੀਤੀ ਹੈ? ਮਹਾਰਾਜ ਕਹਿੰਦੇ, ਭਾਈ ਸਮਾਂ ਆਵੇਗਾ ਪਤਾ ਲੱਗ ਜਾਏਗਾ, ਦੁਨੀਆ ਵਿੱਚ ਕੋਈ ਮਹਾਂਪੁਰਸ਼ ਇਹੋ ਜਿਹਾ ਸਾਕਾ ਨਹੀਂ ਕਰ ਸਕਿਆ ਜਿਹੜਾ ਧਰਮ ਦੀ ਰਾਖੀ ਲਈ ਇਹ ਸਾਡਾ ਤੇਗ ਬਹਾਦਰ ਸਾਡਾ ਪੁੱਤਰ ਕਰੇਗਾ। ਸੋ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਕਰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਇਹ ਮਹਾਨ ਸ਼ਹੀਦ ਨੇ ਦੁਨੀਆ ਦੇ ਧਰਮ ਦੀ ਰਾਖੀ ਕਰਨੀ ਹੈ। ਦੇਖ ਪੁੱਤਰ ਪਰ ਪਿਤਾ ਸਨੇਹ, ਮਹਾਰਾਜ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਆਪਣੇ ਪੁੱਤਰ ਤੇਗ ਬਹਾਦਰ ਪ੍ਰਤੀ ਇਹ ਸਨੇਹ ਪਿਆਰ ਵੇਖ ਕੇ ਮਨ ਮੇਰੇ ਭਾ ਹਰਖ ਅਛੇਹ, ਮੈਨੂੰ ਖੁਸ਼ੀ ਹੁੰਦੀ ਸੀ। ਮੈਂ ਸੋਚਦੀ ਰਹਿੰਦੀ ਸੀ ਪਹਿਲਾਂ ਤਾਂ ਵੀ ਇਹਦਾ ਕੀ ਬਣੇਗਾ, ਪਰ ਜਦੋਂ ਮੈਂ ਦੇਖਦੀ ਸੀ ਵੀ ਉਹ ਇਹਨੂੰ ਪਿਆਰ ਬੜਾ ਕਰਦੇ ਆ, ਫਿਰ ਮਨ ਖੁਸ਼ ਵੀ ਹੁੰਦਾ ਸੀ। ਪੁੱਤਰ ਨੂੰ ਪਿਓ ਦਾ ਪਿਆਰ ਮਿਲ ਰਿਹਾ ਮੇਰੇ ਪੁੱਤਰ ਨੂੰ, ਇਸ ਗੱਲ ਵਿੱਚ ਮੈਨੂੰ ਖੁਸ਼ੀ ਹੁੰਦੀ ਸੀ, ਹਰਖ ਹੁੰਦਾ ਸੀ। ਕਿਤੇ ਕਬੀਰ ਬੈਠੇ ਉਠ ਆਵਾ, ਤੇ ਕੁਝ ਮਿੰਟੇ ਬਹਿ ਕੇ ਘੰਟਾ ਅੱਧਾ ਘੰਟਾ 10 ਮਿੰਟ ਤੇ ਫਿਰ ਉੱਠ ਕੇ ਆ ਜਾਂਦਾ ਸੀ। ਚੁੱਪ ਚਪੀਤੇ ਨਮਸਕਾਰ ਕਰਕੇ ਬਹਿ ਜਾਂਦਾ ਸੀ, ਨਮਸਕਾਰ ਕਰਕੇ ਉੱਠ ਕੇ ਆ ਜਾਂਦਾ ਸੀ। ਨਹੀਂ ਪੁੱਤਰ ਮਮ ਕਛੂ ਅਲਾਵਾ, ਮਹਾਰਾਜ ਦੇ ਕੋਲ ਬੈਠਾ ਰਹਿੰਦਾ ਸੀ, ਬੋਲਦਾ ਉੱਥੇ ਵੀ ਕੁਝ ਨਹੀਂ ਸੀ। ਇਹ ਮਹਾਰਾਜ ਜਾਣਦੇ ਆ ਵੀ ਇਹਦੇ ਨਾਲ ਅੰਦਰੋਂ ਕੋਈ ਗੱਲ ਉਹ ਕਰਦੇ ਹੋਣ, ਪਰ ਬਾਹਰੋਂ ਮੈਂ ਪਿਓ ਪੁੱਤਰ ਵਿੱਚ ਬਹੁਤੀ ਲੰਬੀ ਵਾਰਤਾਲਾਪ ਨਹੀਂ ਕਦੀ ਸੁਣੀ। ਆਵਤ ਕੀ ਦਿਸ਼ ਦੇਖਤ ਰਹੇ, ਹਾਂ, ਜਦੋਂ ਇਹ ਵਾਪਸ ਉੱਠ ਕੇ ਆਉਂਦਾ ਸੀ ਮਹਾਰਾਜ ਛੇਵੇਂ ਪਾਤਸ਼ਾਹ ਇਹਦੇ ਵੱਲ ਦੇਖਦੇ ਰਹਿੰਦੇ ਸੀ। ਪ੍ਰੇਮ ਭਰੇ ਲੋਚਨ ਮੈਂ ਲਹੇ, ਉਦੋਂ ਉਹਨਾਂ ਦੇ ਅੱਖਾਂ 'ਚ ਬੜਾ ਪਿਆਰ ਹੁੰਦਾ ਸੀ ਇਹਦੇ ਵਾਸਤੇ। ਮਹਾਰਾਜ ਆਪਣੇ ਪੁੱਤਰ ਨੂੰ ਬਹੁਤ ਲਾਡ ਨਾਲ ਬੜੇ ਪਿਆਰ ਨਾਲ ਦੇਖਦੇ ਹੁੰਦੇ ਸੀ। ਜਦੋਂ ਤੇਗ ਬਹਾਦਰ ਮੱਥਾ ਟੇਕ ਕੇ ਵਾਪਸ ਜਾ ਰਿਹਾ ਹੁੰਦਾ ਸੀ, ਉਸ ਵੇਲੇ ਮਹਾਰਾਜ ਛੇਵੇਂ ਪਾਤਸ਼ਾਹ ਇਹਦੇ ਵੱਲ ਬਹੁਤ ਪਿਆਰ ਵਾਲੀ ਦ੍ਰਿਸ਼ਟੀ, ਇਹਦੀ ਪਿੱਠ ਵੱਲ, ਇਹਦੇ ਵੱਲ ਜਾਂਦੇ ਵੱਲ ਦੇਖਦੇ ਰਹਿੰਦੇ ਸੀ ਕਿੰਨਾ ਹੀ ਚਿਰ। ਤੇ ਮੈਂ ਦੇਖ ਲੈਂਦੀ ਸੀ ਵੀ ਪਾਤਸ਼ਾਹ ਮੇਰੇ ਪੁੱਤਰ ਨੂੰ ਬੜੇ ਪ੍ਰੇਮ ਨਾਲ ਦੇਖਦੇ ਹਨ। ਇਸੇ ਪ੍ਰਕਾਰ ਜਬ ਹੈ ਜਬ ਗਇਓ, ਇਸ ਤਰ੍ਹਾਂ ਜਦੋਂ ਜਦੋਂ ਵੀ ਮੇਰੇ ਸਾਹਮਣੇ ਤੇਗ ਬਹਾਦਰ ਆਪਣੇ ਪਿਤਾ ਕੋਲ ਜਾਂਦਾ ਸੀ, ਜੋ ਰੋਜ਼ ਤਾਂ ਨਹੀਂ ਸੀ ਜਾਂਦਾ, 10-15 ਦਿਨੀ ਹਫਤੇ 2 ਹਫਤੇ ਬਾਅਦ ਜਾਂਦਾ ਸੀ। ਦਿਨ ਪ੍ਰਤ ਪ੍ਰੇਮ ਅਦਕ ਹੀ ਭਇਓ, ਤੇ ਪਰ ਉਦੋਂ ਜਦੋਂ ਵੀ ਜਾਂਦਾ ਸੀ ਗੁਰੂ ਸਾਹਿਬ ਇਹਨੂੰ ਬਹੁਤ ਪ੍ਰੇਮ ਵਧਾ ਕੇ ਕਰਦੇ ਸੀ, ਅੱਗੇ ਨਾਲੋਂ ਦੁੱਗਣਾ ਪਿਆਰ ਕਰਦੇ ਸੀ। ਕਈ ਵਾਰ ਮੈਂ ਦੇਖਣ ਕੀਨ, ਇਹ ਗੱਲ ਮੈਂ ਇੱਕ ਵਾਰੀ ਨਹੀਂ ਕਈ ਵਾਰ ਆਪਣੀਆਂ ਅੱਖਾਂ ਨਾਲ ਤੱਕੀ ਹੈ। ਤਿਉ ਤਿਉ ਮਮ ਮਨ ਸੰਸਾ ਭੀਨ, ਤੇ ਮੇਰੇ ਮਨ ਵਿੱਚ ਸੰਸਾ ਵੀ ਆਉਂਦਾ ਸੀ, ਸੰਸਾ ਇਹ ਆਉਂਦਾ ਸੀ ਵੀ ਗੱਦੀ ਤਾਂ ਆਪਣੇ ਪੋਤਰੇ ਨੂੰ ਦੇ ਰਹੇ ਨੇ, ਪਿਆਰ ਮੇਰੇ ਪੁੱਤਰ ਨੂੰ ਕਰਦੇ ਨੇ। ਏਕ ਦਿਵਸ ਪਿਖ ਜਗ ਗੁਰ ਬੈਸੇ, ਇੱਕ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਸਾਰੇ ਜਗਤ ਦੇ ਮਾਲਕ, ਮੀਰੀਆਂ ਪੀਰੀਆਂ ਦੇ ਮਾਲਕ ਬੈਠੇ ਹੋਏ ਸਨ। ਹਾਥ ਜੋੜ ਮੈਂ ਬੂਝੇ ਐਸੇ, ਮੈਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਨੂੰ ਪੁੱਛਿਆ, ਮਮ ਸਤ ਨਹ ਜਾ ਨਹ ਵਿਵਹਾਰ, ਇਹ ਸਤਿਗੁਰੂ ਪਤੀ ਦੇਵ ਮਹਾਰਾਜ ਛੇਵੇਂ ਪਾਤਸ਼ਾਹ ਮਹਾਬਲੀ ਸਤਿਗੁਰੂ ਜੀ, ਮੇਰਾ ਪੁੱਤਰ ਤੇਗ ਬਹਾਦਰ ਦੁਨੀਆ ਦਾ ਵਿਹਾਰ ਲੈਣ ਦੇਣ ਵਰਤੋਂ ਵਿਹਾਰ ਨਹੀਂ ਜਾਣਦਾ, ਨਹੀਂ ਹਿਰਦੇ ਮਹ ਬੁੱਧ ਉਦਾਰ, ਔਰ ਇਹਨੂੰ ਬਹੁਤ ਚਲਾਕੀਆਂ ਹੁਸ਼ਿਆਰੀਆਂ ਵੀ ਨਹੀਂ ਆਉਂਦੀਆਂ। ਨਹ ਬੋਲਹ ਨਹ ਕਿਸ ਤੇ ਸੁਨਹ, ਨਾ ਕਿਸੇ ਨਾਲ ਬੋਲਦਾ ਹੈ, ਨਾ ਕਿਸੇ ਦੀ ਗੱਲ ਸੁਣਦਾ ਹੈ। ਕੋ ਕਾਰਜ ਕਿਹ ਪਾਂਤ ਨ ਬਨਹ, ਤੇ ਇਹਨੂੰ ਦੁਨਿਆਵੀ ਕੰਮ ਕੋਈ ਵੀ ਨਹੀਂ ਕਰਨਾ ਆਉਂਦਾ, ਨਾ ਇਹ ਖੇਤੀਬਾੜੀ ਕਰਦਾ, ਨਾ ਕੋਈ ਬਿਜ਼ਨਸ ਵਪਾਰ ਕਰਦਾ ਹੈ, ਨਾ ਇਹ ਕਿਸੇ ਨਾਲ ਬੋਲਦਾ ਚਾਲਦਾ ਹੈ, ਬਸ ਆਪਣੀ ਮਸਤੀ 'ਚ ਰਹਿੰਦਾ ਹੈ। ਸਰਬ ਭਾਂਤ ਮਹ ਪੋਰਸ ਪਾਉ, ਇਹਦਾ ਸੁਭਾਅ ਬਹੁਤ ਹੀ ਭੋਲਾ ਹੈ, ਨਹੀਂ ਸੋ ਜਾਣ ਪਛਾਨ ਨ ਕਾਉ, ਇਹਦੀ ਕਿਸੇ ਨਾਲ ਜਾਣ ਪਛਾਣ ਵੀ ਕੋਈ ਨਹੀਂ। ਇੱਕ ਪ੍ਰੰਤ ਐਸੇ ਸੁਖ ਹੋਵਾ, ਬਸ ਮੈਨੂੰ ਇਹਦੇ ਵੱਲੋਂ ਇੱਕੋ ਹੀ ਖੁਸ਼ੀ ਮਿਲਦੀ ਹੈ। ਤੁਮਰੇ ਟਿਕ ਮੈਂ ਆਵਤ ਜੋਵਾ, ਜਦੋਂ ਤੁਹਾਡੇ ਕੋਲ ਬੈਠਾ ਹੁੰਦਾ ਹੈ ਤੇ ਤੁਸੀਂ ਇਹਨੂੰ ਪਿਆਰ ਬੜਾ ਕਰਦੇ ਹੋ। ਚਾਰੋ ਪੁੱਤਰਨ ਤੇ ਕਿਸ ਕੇਰ, ਚਾਰਾਂ ਪੁੱਤਰਾਂ ਨਾਲੋਂ ਇਹਨੂੰ ਜ਼ਿਆਦਾ ਪਿਆਰ ਕਰਦੇ, ਇਹਦਾ ਸਤਿਕਾਰ ਤੁਸੀਂ ਬਾਕੀਆਂ ਨਾਲੋਂ ਵੱਧ ਕੇ ਕਰਦੇ ਹੋ। ਕਰਤੇ ਹੋ ਸਨਮਾਨ ਵਡੇਰ, ਇਹਦਾ ਬਹੁਤ ਸਨਮਾਨ ਕਰਦੇ ਹੋ ਆਪ ਜੀ ਸੱਚੇ ਪਾਤਸ਼ਾਹ।
ਪਾਤਸ਼ਾਹ ਬਾਬਾ ਗੁਰਦਿੱਤਾ ਜੀ ਨੇ, ਬਾਬਾ ਸੂਰਜਮਲ ਜੀ ਨੇ, ਉਹਨਾਂ ਨਾਲੋਂ ਤੁਸੀਂ ਇਹਦਾ ਜ਼ਿਆਦਾ ਸਤਿਕਾਰ ਕਰਦੇ ਹੋ। ਗੁਰਦਿੱਤਾ ਸੂਰਜ ਮਲ ਜੋਏ ਬਾਬਾ ਗੁਰਦਿੱਤਾ ਤੇ ਬਾਬਾ ਸੂਰਜਮਲ, ਅਣੀ ਰਾਏ ਤੀ ਸਰਸਤ ਹੋਏ ਤੀਜਾ ਹਣੀ ਰਾਏ ਅਟਲ ਰਾਏ ਚਾਰ ਹਮਤਵਾਨ ਤੇ ਅਟਲ ਰਾਏ, ਚਾਰੇ ਹੀ ਆਪ ਜੀ ਦੇ ਪੁੱਤਰ ਬੜੇ ਸਮਝਦਾਰ ਸਿਆਣੇ ਸੁਘੜ। ਇਨਕੋ ਅਸਨਾ ਕਰੋ ਸਨਮਾਨ ਪਰ ਇੰਨਾ ਸਨਮਾਨ ਤੁਸੀਂ ਉਹਨਾਂ ਦਾ ਨਹੀਂ ਕਰਦੇ ਮਮਸਤ ਕੋ ਸਾਦਰ ਬੈਠਾਈ ਜਿੰਨਾ ਮੇਰੇ ਤੇਗ ਬਹਾਦਰ ਦਾ ਕਰਦੇ ਹੋ। ਮੇਰੇ ਤੇਗ ਬਹਾਦਰ ਨੂੰ ਬੜੇ ਆਦਰ ਨਾਲ ਸਤਿਕਾਰ ਨਾਲ ਆਪਣੇ ਕੋਲ ਬਿਠਾਉਂਦੇ ਹੋ। ਸ਼੍ਰੀ ਮੁਖ ਤੇ ਬਹ ਕਰਤ ਵਡਾਈ ਆਪਣੇ ਮੁਖਾਰ ਬਿੰਦ ਤੋਂ ਵਡਿਆਈ ਕਰਦੇ ਹੋ। ਕੋ ਕਾਰਨ ਇਸ ਮਹਿ ਸਮਝਾਵਹ ਹਾਂ, ਇਹਦੇ ਵਿੱਚ ਕੀ ਕਾਰਨ ਹੈ, ਇਹ ਕਿਰਪਾ ਕਰਕੇ ਦੱਸੋ। ਨਿਤ ਸੰਸਾ ਹੋਏ ਹਿਰਦਾ ਮਿਟਾਵਹ ਤਾਂ ਆਪ ਸਾਡੇ ਮਨ ਦਾ ਇਹ ਸੰਸਾਰ ਮਾਤਾ ਜੀ ਕਹਿੰਦੇ ਕਿਰਪਾ ਕਰ ਦਿਓ, ਮਿਟਾ ਦਿਓ। ਸੁਨ ਕੇ ਜਗ ਗੁਰ ਮੁਗਲ ਅਰਾਤੀ ਸਤਿਗੁਰੂ ਮਹਾਰਾਜ ਜਿਹੜੇ ਮੁਗਲਾਂ ਦਾ ਨਾਸ ਕਰਨ ਵਾਲੇ ਹਨ, ਦੀਰਘ ਬਾਹੂ ਆਇਤ ਛਾਤੀ ਜਿਨ੍ਹਾਂ ਦੀਆਂ ਬਾਹਾਂ ਗੋਡਿਆਂ ਤੱਕ ਲੰਮੀਆਂ ਤੇ ਚੌੜੀ ਛਾਤੀ ਹੈ। ਕਮਲ ਪਤਰ ਬਿਸਤਰਤ ਬਲੋਚਨ ਮਹਾਬਲੀ ਛੇਵੇਂ ਪਾਤਸ਼ਾਹ ਦੀਆਂ ਅੱਖਾਂ ਕਮਲ ਦੇ ਪੰਖੜੀਆਂ ਵਰਗੀਆਂ ਵੱਡੀਆਂ ਵੱਡੀਆਂ ਹਨ। ਅਵਲੋਕਤ ਮੋਚਤ ਚਿਤ ਸੋਚਨ ਜਿੱਧਰ ਵੇਖਦੇ ਹਨ ਬੰਦੇ ਦੀ ਚਿੰਤਾ ਫਿਕਰ ਹੀ ਖਤਮ ਕਰ ਦਿੰਦੇ ਹਨ। ਸਰਬ ਨਰਨ ਤੇ ਦਹ ਵਿਸਾਲ ਮਹਾਬਲੀ ਸੂਰਬੀਰ ਯੋਧੇ ਸਾਰੀ ਦੁਨੀਆ ਜੋ ਸ੍ਰੇਸ਼ਟ ਯੋਧੇ ਹਨ। ਕੌਣ ਕਰੈ ਸਮਤਾ ਤਿਨ ਨਾਲ ਛੇਵੇਂ ਪਾਤਸ਼ਾਹ ਵਰਗਾ ਦੁਨੀਆ ਤੇ ਕੌਣ ਹੋ ਸਕਦਾ ਹੈ? ਕੌਣ ਕਿਹੜਾ ਉਹਨਾਂ ਦੀ ਬਰਾਬਰੀ ਕਰ ਸਕਦਾ ਹੈ? ਕਹਿਤ ਭਏ ਪਿਖ ਮੁਝ ਕਰ ਜੋਰੀ ਮਾਤਾ ਨਾਨਕੀ ਕਹਿੰਦੀ ਮੇਰੀਆਂ ਬੇਨਤੀਆਂ ਸੁਣ ਕੇ ਏਦਾਂ ਬੋਲੇ, ਇਸ ਕੀ ਸੁਨੋ ਬਾਤ ਮਤ ਭੋਰੀ ਹੇ ਭੋਲੀਏ, ਹੇ ਨਾਨਕੀ ਤੈਨੂੰ ਕੀ ਦੱਸਾਂ, ਇਹਦੀ ਗੱਲ ਤੁਹਾਨੂੰ ਦੱਸਦੇ ਆ, ਸੁਣੋ। ਮਹਾਪੁਰਖ ਇਹ ਹੋਏ ਬੜ ਭਾਗ ਤੇਰਾ ਇਹ ਪੁੱਤਰ ਮਹਾਂਪੁਰਸ਼ ਹੋਵੇਗਾ, ਬਹੁਤ ਵੱਡੇ ਭਾਗਾਂ ਵਾਲਾ। ਇਹ ਬੜਾ ਦੁਨੀਆ ਤੋਂ ਨਿਆਰਾ ਪੁੱਤਰ ਹੈ ਤੇਰਾ। ਜਿਸ ਕੇ ਹਿਰਦਾ ਦ્વੈਸ਼ ਨਹ ਰਾਗ ਇਹਦੇ ਮਨ ਚ ਨਾ ਰਾਗ ਹੈ ਨਾ ਦ્વੈਸ਼ ਹੈ, ਰਾਗ ਦ્વੈਸ਼ ਤੋਂ ਰਹਿਤ ਹੈ ਤੇਰਾ ਪੁੱਤਰ। ਇਸ ਕੇ ਸੁਤ ਪੁਰਸ਼ੋਤਮ ਹੋਏ ਇਹਦਾ ਪੁੱਤਰ ਬਹੁਤ ਵੱਡਾ ਉੱਤਮ ਪੁਰਸ਼ ਮਹਾਬਲੀ ਸੂਰਬੀਰ ਯੋਧਾ ਦੇਗ ਤੇਗ ਦਾ ਧਨੀ ਹੋਵੇਗਾ। ਜਿਸ ਕੀ ਸਮਤਾ ਕਰਹਿ ਨ ਕੋਏ ਦੁਨੀਆ ਵਿੱਚ ਉਹਦੇ ਨਾਲ ਦਾ ਬਹਾਦਰ ਦਲੇਰ ਜੰਗੀ ਯੋਧਾ ਜਰਨੈਲ ਤੇ ਅਵਤਾਰੀ ਪੁਰਸ਼ ਗਿਆਨਵਾਨ ਕਵੀ ਰਾਗੀ ਗੁਣੀ ਸਾਰੀ ਵਿਦਿਆ ਦਾ ਮਾਹਰ ਹੋਵੇਗਾ। ਉਹਦੇ ਵਰਗਾ ਸੰਸਾਰ ਤੇ ਕੋਈ ਵਿਦਵਾਨ ਨਹੀਂ ਹੋਵੇਗਾ, ਉਹਦੇ ਵਰਗਾ ਕੋਈ ਕਵੀ ਨਹੀਂ ਹੋਵੇਗਾ, ਉਹਦੇ ਵਰਗਾ ਕੋਈ ਫਿਲਾਸਫਰ ਨਹੀਂ ਹੋਵੇਗਾ, ਉਹਦੇ ਵਰਗਾ ਕੋਈ ਵੈਦ ਨਹੀਂ ਹੋਵੇਗਾ, ਉਹਦੇ ਵਰਗਾ ਕੋਈ ਬਹਾਦਰ ਯੋਧਾ ਜੰਗੀ ਜਰਨੈਲ ਨਹੀਂ ਹੋਵੇਗਾ। ਉਹ ਇਹੋ ਜਿਹਾ ਸਾਰੇ ਗੁਣਾਂ 'ਚ ਪੂਰਨ ਹੋਵੇਗਾ। ਜਗਤ ਬਿਖਾ ਬੜ ਬਦਹ ਪ੍ਰਤਾਪ ਉਹਦਾ ਪ੍ਰਤਾਪ ਸਾਰੀ ਦੁਨੀਆ ਦੇ ਵੱਧ ਕੇ ਹੋਵੇਗਾ। ਉਹਦੇ ਨਾਲ ਕੋਈ ਟੱਕਰ ਨਹੀਂ ਲੈ ਸਕੇਗਾ। ਵੱਡੇ ਵੱਡੇ ਜ਼ਾਲਮਾਂ ਦੀ ਧੌਣ ਨਵਾ ਦੇਵੇਗਾ। ਉਹ ਕਰਤਾ ਦੁਸ਼ਟ ਮਲੇਸ਼ਨ ਖਾਪ ਉਹ ਔਰੰਗਜ਼ੇਬ ਦੀਆਂ ਜੜ੍ਹਾਂ ਪੁੱਟੇਗਾ, ਮਲੇਸ਼ਾਂ ਦਾ ਮੁਗਲਾਂ ਦਾ ਰਾਜ ਖਤਮ ਕਰ ਦੇਵੇਗਾ। ਸ੍ਰੀ ਗੁਰੂ ਨਾਨਕ ਕੋ ਜਸ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਬੂਟਾ ਲਾਇਆ ਹੈ ਉਹਨੂੰ ਪੂਰਨ ਫਲੀਭੂਤ ਕਰ ਦੇਵੇਗਾ। ਉਹਦਾ ਜਿਵੇਂ ਗੁਰੂ ਨਾਨਕ ਸਾਹਿਬ ਦਾ ਸਾਰੀ ਦੁਨੀਆ ਤੇ ਰਾਜ ਕਾਇਮ ਕਰ ਦੇਵੇਗਾ। ਉਹ ਚੰਦਨਾ ਸਮ ਉਜਲਾਏ ਬਿਲੰਦ ਗੁਰੂ ਨਾਨਕ ਸਾਹਿਬ ਦੀ ਜਿਹੜੀ ਚੰਦਰਮਾ ਦੀ ਚਾਂਦਨੀ ਆ ਨਾ, ਉਹਦੇ ਬਰਾਬਰ ਤੇ ਚੰਦਰਮਾ ਦੀ ਚਾਂਦਨੀ ਵੀ ਨਹੀਂ ਹੋਵੇਗੀ ਜਿੰਨੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਫੈਲੇਗੀ ਦਸਵੇਂ ਪਾਤਸ਼ਾਹ ਦੇ ਸਮੇਂ ਵਿੱਚ। ਰੱਛਾ ਕਰਹਿ ਧਰਮ ਕੀ ਧਰਨੀ ਮੇਰਾ ਉਹ ਪੋਤਰਾ, ਤੇਰਾ ਉਹ ਪੋਤਰਾ ਧਰਮ ਦੀ ਰੱਖਿਆ ਕਰੇਗਾ, ਧਰਤੀ ਉੱਤੇ ਧਰਮ ਨੂੰ ਕਾਇਮ ਰੱਖੇਗਾ। ਧਰਣੀ ਕੀਰਤ ਕਰਹਿ ਕਰਨੀ ਉਹਦੀ ਕੀਰਤੀ ਸਾਰੀ ਧਰਤੀ ਤੇ ਗਾਈ ਜਾਵੇਗੀ। ਅਵਨੀ ਅਖਦ ਆਪਨਿਦ ਅੰਬਰ ਕਹਿੰਦੇ ਸਾਰੀ ਧਰਤੀ ਦੇ ਆਕਾਸ਼ ਵਿੱਚ ਅੰਬਰ ਲਗ ਜਸ ਕਥਾ ਸੁਰੰਬਰ ਕਹਿੰਦੇ ਦੇਵਤੇ ਵੀ ਉਹਦਾ ਜਸ ਗਾਣਗੇ। ਸ੍ਰੀ ਗੁਰੂ ਨਾਨਕ ਨਾਮ ਉਦਾਰਾ ਗੁਰੂ ਨਾਨਕ ਦਾ ਨਾਮ ਉਜਲ ਕਰਹਿ ਜਗਤ ਵਿਸਤਾਰਾ ਸਾਰੀ ਦੁਨੀਆ 'ਚ ਪ੍ਰਸਿੱਧ ਕਰ ਦੇਵੇਗਾ। ਜਾਂ ਤੇ ਇਨਕੋ ਆਦਰ ਕਨ ਇਸ ਕਰਕੇ ਅਸੀਂ ਇਹਦਾ ਸਤਿਕਾਰ ਕਰਦੇ ਹਾਂ ਕਿ ਇਹਦੇ ਕੰਮ ਬੜੇ ਵੱਡੇ ਹਨ। ਇਹਦਾ ਪੁੱਤਰ ਇਸ ਤੋਂ ਵੀ ਵੱਡਾ ਪ੍ਰਤਾਪੀ ਹੋਵੇਗਾ। ਕਰਤ ਸਬਨ ਤੇ ਕੀਰਤ ਸਨ ਇਸ ਕਰਕੇ ਅਸੀਂ ਇਹਦਾ ਸਤਿਕਾਰ ਕਰਦੇ ਹਾਂ, ਕੀਰਤੀ ਇਹਦੀ ਕਰਦੇ ਹਾਂ। ਇਸ ਕੇ ਪਿਤ ਅਸ ਸਾਚ ਉਬਾਚੀ ਇਹਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਬਾਬੇ ਮੱਖਣ ਸ਼ਾਹ ਨੂੰ ਮਾਤਾ ਨਾਨਕੀ ਪਿਛਲੀਆਂ ਗੱਲਾਂ ਦੱਸ ਰਹੀ ਹੈ। ਕਹਿੰਦੀ ਹੈ ਮੇਰੇ ਪੁੱਤਰ ਤੇਗ ਬਹਾਦਰ ਦੇ ਪਿਤਾ ਛੇਵੇਂ ਪਾਤਸ਼ਾਹ ਨੇ ਸੱਚ ਹੀ ਕਿਹਾ ਸੀ। ਕਰਮ
ਪ੍ਰਤੀਸ਼ਨ ਰੁਚ ਮੈਂ ਰਾਚੀ ਤੇ ਮੈਨੂੰ ਉਹਨਾਂ ਦੇ ਬਚਨਾਂ ਤੇ ਵਿਸ਼ਵਾਸ ਹੈ। ਮੈਂ ਉਡੀਕ ਕਰ ਰਹੀ ਹਾਂ ਉਸ ਸਮੇਂ ਦੀ। ਮੈਂ ਪਿਆ ਤੇ ਅਬ ਬਿਰਦਾ ਪਈ ਮੈਂ ਹੁਣ ਵਿਰਧ ਹੋ ਚੱਲੀ ਹਾਂ। ਮੇਰੀ ਉਮਰ 70 ਸਾਲਾਂ ਨੂੰ ਪਹੁੰਚੀ ਪਈ ਹੈ। ਕਬ ਸੋ ਸਮਾਂ ਇਸ ਸੁਤ ਜਨਮਈ ਪਰ ਮੈਂ ਉਡੀਕ ਰਹੀ ਹਾਂ ਵੀ ਉਹ ਇਹਦਾ ਪੁੱਤਰ ਕਦੋਂ ਹੋਵੇਗਾ, ਮੇਰਾ ਪੋਤਰਾ ਕਦੋਂ ਹੋਵੇਗਾ। ਤਿਨ ਕੋ ਬਾਕ ਹੋਏ ਸਭ ਸਾਚੇ ਜਦੋਂ ਮੇਰਾ ਪੋਤਰਾ ਹੋਵੇਗਾ ਉਦੋਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਪੂਰੇ ਸੱਚ ਹੋਣਗੇ। ਸਤਿ ਸੰਤ ਨਿਤ ਸਤ ਮਹਿ ਰਾਚੇ ਉਹਨਾਂ ਦੇ ਬਚਨ ਜਿਹੜੇ ਹਨ ਉਹ ਸੱਚੀ ਹਨ, ਉਹਨਾਂ ਨੂੰ ਕੋਈ ਟਾਲ ਤਾਂ ਸਕਦਾ ਨਹੀਂ। ਇਹ ਵਿਸ਼ਵਾਸ ਹੈ ਮੇਰਾ। ਇਕ ਤਾਂ ਇਹ ਬਿਰਤਾਂਤ ਬਖਾਨਾ ਇੱਕ ਤਾਂ ਇਹ ਗੱਲ ਮਾਤਾ ਨੇ ਦੱਸੀ, ਦਤਿਆ ਕਹੋ ਮੱਖਣ ਸੁਨ ਕਾਨਾ ਦੂਜੀ ਗੱਲ ਮਾਤਾ ਮੱਖਣ ਨੂੰ ਕਹਿੰਦੀ ਸੁਣ ਮੱਖਣ ਸ਼ਾਹ। ਅੰਤ ਸਮਾ ਬਹ ਮੈਂ ਤਿਸ ਕਾਲ ਜਦੋਂ ਅੰਤ ਸਮਾਂ ਆਇਆ ਸੀ ਛੇਵੇਂ ਪਾਤਸ਼ਾਹ 1644 ਚ ਜੋਤੀ ਜੋਤ ਸਮਾਨ ਲੱਗੇ ਸੀ। ਨਿਜ ਤਿਸ ਤੇ ਹੋਏ ਦੀਨ ਬਸਾਲ ਮੈਂ ਉਸ ਵੇਲੇ ਪ੍ਰਸ਼ਾਦਾ ਛਕਾ ਰਹੀ ਸੀ ਤੇ ਮੈਂ ਬੜੀ ਦੀਨਤਾ ਦੇ ਨਾਲ ਬੇਨਤੀ ਕੀਤੀ ਸੀ। ਹਾਥ ਜੋੜ ਕਰ ਆਗੇ ਖਰੀ ਹੱਥ ਜੋੜ ਕੇ ਮੈਂ ਅੱਗੇ ਖੜੋ ਗਈ ਛੇਵੇਂ ਪਾਤਸ਼ਾਹ ਦੇ। ਖਰੀ ਰੀਤ ਮੈਂ ਬੇਨਤੀ ਕਰੀ ਚੰਗੀ ਤਰ੍ਹਾਂ ਬੇਨਤੀ ਕੀਤੀ। ਪਾਤਸ਼ਾਹ ਨੂੰ ਖੁੱਲ ਕੇ ਆਪਣੇ ਦਿਲ ਦੀ ਗੱਲ ਦੱਸੀ। ਕਰੀ ਸੁੰਡ ਚੈਸੇ ਭੁਜ ਦੰਡ ਮੇਰੀ ਗੱਲ ਸੁਣ ਕੇ ਸੱਚੇ ਪਾਤਸ਼ਾਹ ਮਹਾਬਲੀ, ਜਿਨ੍ਹਾਂ ਦੀਆਂ ਬਾਹਾਂ ਹਾਥੀ ਦੀ ਸੁੰਡ ਵਰਗੀਆਂ ਹਨ, ਦੰਡ ਜੋ ਦੇਤ ਸ਼ਤਰਨ ਕਨ ਖੰਡ ਜੋ ਸ਼ਤਰੂਆਂ ਨੂੰ ਦੰਡ ਦੇਣ ਵਾਲੇ ਹਨ, ਮਹਾਬਲੀ ਸੂਰਬੀਰ ਯੋਧੇ। ਹੇ ਪ੍ਰਭ ਮੋਹ ਗਤੀ ਕਿਆ ਹੋਏ ਮੈਂ ਉਹਨਾਂ ਨੂੰ ਬੇਨਤੀ ਕੀਤੀ, ਹੈ ਸਤਿਗੁਰੂ ਮੇਰਾ ਕੀ ਬਣੇਗਾ, ਮਮ ਸਤ ਲਖ ਹੈ ਬਿਹਾਰ ਨ ਕੋਈ ਕਿਉਂਕਿ ਮੇਰਾ ਪੁੱਤਰ ਤੇਗ ਬਹਾਦਰ ਤੇ ਦੁਨੀਆ ਦਾ ਕੋਈ ਲੈਣ ਦੇਣ ਵਿਹਾਰ ਜਾਣਦਾ ਨਹੀਂ। ਆਪ ਬਿਨਾ ਕੋ ਹਮਰੋ ਨਾਥ ਤੁਹਾਡੇ ਤੋਂ ਬਿਨਾ, ਤੁਹਾਡੇ ਤੋਂ ਬਾਅਦ ਸਾਡਾ ਕੌਣ ਸੁਆਮੀ ਮਾਲਕ ਵਾਲੀ ਵਾਰਸ ਹੋਵੇਗਾ। ਜਿਨ ਕੇ ਪੱਖੀ ਕੋਈ ਨਾ ਸਾਥ ਸਾਡਾ ਤਾਂ ਕੋਈ ਪੱਖੀ ਨਹੀਂ ਹੈ। ਲੋਕਾਂ ਦੇ ਬਹੁਤ ਸਾਰੇ ਜਾਣ ਪਛਾਣਾਂ ਨੇ, ਸੰਗਤਾਂ ਵਿੱਚ ਵੀ ਨੇ ਦੂਜੇ ਪੁੱਤਰਾਂ ਦੀਆਂ, ਪਰ ਮੇਰੇ ਪੁੱਤਰ ਤੇਗ ਬਹਾਦਰ ਨੂੰ ਕੋਈ ਜਾਣਦਾ ਨਹੀਂ। ਕਿਸ ਕੇ ਹਮ ਅਲੰਬ ਹੋਏ ਜੀਵ ਹੈ ਇਹ ਮਹਾਰਾਜ ਕਿਹਦੇ ਆਸਰੇ ਜੀਵਾਂਗੇ। ਜਬ ਨਿਰਾਸਰੇ ਤੁਮ ਤੇ ਥੀਵ ਜਦੋਂ ਤੁਹਾਡਾ ਆਸਰਾ ਸਿਰ ਤੋਂ ਉੱਠ ਜਾਏਗਾ, ਭਾਵ ਤੁਸੀਂ ਜੋਤੀ ਜੋਤ ਸਮਾ ਜਾਓਗੇ। ਗੁਰ ਦਿੱਤੇ ਕੇ ਸਤ ਹਰ ਰਾਏ ਬਾਬੇ ਗੁਰਦਿੱਤੇ ਦਾ ਪੁੱਤਰ ਤਾਂ ਹਰ ਰਾਏ ਤੁਹਾਡਾ ਪੋਤਰਾ। ਗੁਰ ਗਾਦੀ ਪਰ ਦਇ ਟਿਕਾਏ ਤੁਸੀਂ ਉਹਨਾਂ ਨੂੰ ਗੱਦੀ ਦੇ ਦਿੱਤੀ ਆ, ਪੋਤੇ ਨੂੰ ਗੱਦੀ ਦੇ ਚੱਲੇ ਹੋ। ਪੁੱਤਰ ਸਰਲ ਕੀ ਮੈਂ ਹੋ ਮਾਤਾ ਤੇ ਮੇਰਾ ਪੁੱਤਰ ਭੋਲਾ ਹੈ, ਮੈਂ ਸਰਲ ਪੁੱਤਰ ਦੀ ਮਾਂ ਹਾਂ, ਜਿਸ ਵਿਵਹਾਰ ਕਛੂ ਨਹ ਜਾਤਾ ਜਿਹਨੂੰ ਦੁਨੀਆ ਦੇ ਕੋਈ ਵਿਹਾਰ ਨਹੀਂ ਆਉਂਦੇ। ਰਾਵਰ ਅਬ ਬੇਕੁੰਠ ਚਾਹ ਜਾਣੇ ਹੁਣ ਤੁਸੀਂ ਬੈਕੁੰਠ ਜਾਣਾ ਚਾਹੁੰਦੇ ਹੋ ਗੁਰੂ ਜੀ। ਪ੍ਰਤਪਾਲਕ ਥੇ ਸਦਾ ਮਹਾਨੇ ਤੁਸੀਂ ਸਾਡੇ ਪ੍ਰਤਪਾਲਕ ਸੀ। ਤੇਗ ਬਹਾਦਰ ਕੇ ਪਿਤ ਸੁਨ ਕਾ ਤੇਗ ਬਹਾਦਰ ਦੇ ਪਿਤਾ ਨੇ ਜਦੋਂ ਇਹ ਗੱਲ ਸੁਣੀ ਧੀਰਜ ਦੀਨ ਮੋਹਿ ਬਚ ਭਟ ਤਾਂ ਮੈਨੂੰ ਧੀਰਜ ਦੇਣ ਲੱਗੇ, ਕਹਿਣ ਲੱਗੇ, ਨਹ ਚਿੰਤਾ ਕਰ ਤੂੰ ਕਿਸ ਭਾਨ ਮਹਾਰਾਜ ਕਹਿੰਦੇ ਨਾਨਕੀ ਤੂੰ ਚਿੰਤਾ ਨਾ ਕਰ, ਸਭ ਗੁਣ ਕੀਨਤ ਹੈ ਤਵ ਤਾਤ ਤੇਰੇ ਪੁੱਤਰ 'ਚ ਬੜੇ ਗੁਣ ਹਨ। ਅਪਰਥਾਨ ਫਿਰ ਕਰ ਆਈ ਇਹ ਗੱਦੀ ਦੋ ਜਗ੍ਹਾ ਤੂੰ ਫਿਰ ਕੇ ਬਨ ਆ ਵਹਿ ਤੁਝ ਕਰ ਬੜਿਆ ਤੇਰੇ ਪੁੱਤਰ ਕੋਲ ਆ ਜਾਏਗੀ। ਤੇਰਾ ਪੁੱਤਰ ਵੀ ਗੁਰੂ ਬਣੇਗਾ। ਸਭ ਹੀ ਨਮਹਿ ਤੋਹਿ ਟਿਕ ਆਏ ਸਾਰੇ ਤੇਰੇ ਕੋਲ ਆ ਕੇ ਮੱਥਾ ਟੇਕਣਗੇ। ਕੋਈ ਨ ਕਰ ਸਕ ਹੈ ਸਮਤਾਏ ਕੋਈ ਤੇਰੇ ਪੁੱਤਰ ਦੀ ਬਰਾਬਰੀ ਨਹੀਂ ਕਰ ਸਕੇਗਾ। ਨਿੰਦਕ ਮਤ ਸਰ ਕਰ ਪਛਤਾਵਹਿ ਜਿਹੜੇ ਨਿੰਦਕ ਨੇ ਈਰਖਾ ਕਰਕੇ ਪਛਤਾਣਗੇ। ਜੋ ਪੂਜ ਹੈ ਸਭ ਬਾਂਛਤ ਪਾਵੈ ਜਿਹੜਾ ਇਹਨਾਂ ਦੀ ਪੂਜਾ ਕਰੇਗਾ ਤੇਗ ਬਹਾਦਰ ਦੀ, ਉਹਦੇ ਮਨੋਰਥ ਪੂਰੇ ਹੋਣਗੇ। ਇਸ ਪ੍ਰਕਾਰ ਕਹਿ ਮੁਝ ਹਰ ਖਾਵਾ ਇਸ ਤਰ੍ਹਾਂ ਮੈਨੂੰ ਵਰ ਦੇ ਕੇ ਖੁਸ਼ ਕਰ ਦਿੱਤਾ ਛੇਵੇਂ ਪਾਤਸ਼ਾਹ ਨੇ। ਕਿਰਪਾ ਦ੍ਰਿਸ਼ਟ ਦੇਖੇ ਸੁਖ ਤੇ ਪਾਵਾ ਇਹਨਾਂ ਵੱਲ ਵੀ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਗੁਰੂ ਤੇਗ ਬਹਾਦਰ ਸਾਹਿਬ ਵੱਲ। ਮਮ ਸਤ ਪਿਤ ਕੋ ਜੋ ਅਸ ਬੈਨ ਮੇਰੇ ਪੁੱਤਰ ਦੇ ਪਿਤਾ ਛੇਵੇਂ ਪਾਤਸ਼ਾਹ, ਉਹਨਾਂ ਨੇ ਜੋ ਬਚਨ ਇਹਨੂੰ ਵਰ ਦਿੱਤਾ ਸੀ, ਕਰਹੁ ਪ੍ਰਤੀਛਨ ਮੈਂ ਦਿਨ ਰੈਨ ਮੈਂ ਉਹਨਾਂ ਸਮਿਆਂ ਦੀ ਉਡੀਕਾਂ ਕਰਦੀ ਆ ਰਹੀ ਹਾਂ ਲੰਮੇ ਸਮੇਂ ਤੋਂ। ਅਬ ਸਾਚਾ ਸੋ ਹੋਵਨ ਲਾਗਾ ਉਹ ਬਚਨ ਹੁਣ ਸੱਚਾ ਹੋਣ ਲੱਗਾ ਹੈ। ਤਉ ਮੋਹਿ ਸਤ ਟਿਕ ਡਿੜ ਬੈ ਰਾਗਾ ਤਾਂ ਵੀ ਮੇਰਾ ਪੁੱਤਰ ਜਿਹੜਾ ਹੈ ਉਹ ਦ੍ਰਿੜ ਬੈਰਾਗ ਵਿੱਚ ਰਹਿੰਦਾ। ਅਜੇ ਵੀ ਇਹਨੂੰ ਸੰਸਾਰ ਵਾਲੇ ਪਾਸੇ ਕੋਈ ਆਕਰਸ਼ਣ ਨਹੀਂ ਹੋਇਆ। ਧੀਰ ਮਲ ਤੇ ਆਦ ਸ਼ਰੀਕਾ ਬਾਬਾ ਧੀਰਮਲ ਸਾਡਾ ਹੀ ਭਤੀਜਾ ਹੈ, ਪੋਤਰਾ ਹੈ, ਪਰ ਉਹ ਸ਼ਰੀਕਾ ਕਰਦਾ। ਹੋਰ ਵੀ ਜਿਹੜੇ ਹਨ ਸ਼ਰੀਕ, ਕਰਤ ਦਵਾਸ਼ ਨਹ ਪਾਵਹਿ ਨੀਕਾ ਉਹ ਇਹਨਾਂ ਦੇ ਨਾਲ ਈਰਖਾ ਕਰਦੇ ਹਨ, ਗੁਰੂ ਬਣਨਾ ਚਾਹੁੰਦੇ ਹਨ। ਪ੍ਰਾਨ ਹਾਨ ਲਗ ਕਰਤ ਖਟਾਈ ਉਹ ਇਹਨਾਂ ਦੀ ਜਾਨ ਲੈਣ ਤੱਕ ਖੁਟਿਆਈ ਕਰਦੇ ਹਨ। ਜਵਾਲਾ ਬਮਣੀ ਕਹਿ ਚਲ ਆਹ ਦੇਖੋ ਅੱਜ 2 ਵਾਰੀ ਗੋਲੀ ਚਲਾਈ ਹੈ ਧੀਰਮਲ ਦੇ ਬੰਦਿਆਂ ਨੇ।
ਉਹਦਾ ਵੀ ਇਹ ਭਲਾ ਕਰਦਾ। ਜੇ ਉਹਦਾ ਜਿਹੜੇ ਬੰਦੇ ਨੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ, ਤੇਗ ਬਹਾਦਰ ਉਹਦਾ ਭਲਾ ਸੋਚਦਾ ਹੈ। ਫੇਰ ਹੈ ਕੌਣ ਕਹੈ ਬਹੁ ਬੇਰ, ਹਾਂ, ਇੰਨਾ ਕੁਝ ਦੇਖ ਕੇ ਵੀ ਫੇਰ ਕੌਣ ਸਮਾਜ ਧੀਰਮਲ ਦਾ ਸਾਜੋ ਸਮਾਨ ਵੱਡਾ ਹੈ। ਅਸੀਂ ਤਾਂ ਬਹੁਤ ਗਰੀਬੀ 'ਚ ਦਿਨ ਕੱਟਣ ਵਾਲੇ ਆ, ਤੇ ਉਹ ਰਾਜਿਆਂ ਦੀ ਤਰ੍ਹਾਂ ਰਹਿੰਦਾ ਹੈ। ਸਰਬ ਸਮ੍ਰਿੱਧ ਤਾਹੇ ਘਰ ਆਜ, ਉਹਦੇ ਘਰ ਅੱਜ ਕੋਲ ਹਾਥੀ ਘੋੜੇ ਹਨ, ਪੈਸਾ ਟਕਾ ਹੈ। ਉਹਦਾ ਬਹੁਤ ਵੱਡਾ ਕਰਤਾਰਪੁਰ ਦੇ 'ਚ ਬੜੀ ਵੱਡੀ ਜ਼ਮੀਨ ਜਾਇਦਾਦ ਹੈ। ਹਮਰੋ ਜੇ ਤੱਕ ਹੈ ਗੁਜ਼ਾਰਾ, ਸਾਡਾ ਜਿੰਨਾ ਕੁ ਗੁਜ਼ਾਰਾ ਹੈ ਸੋਨੀ ਕਹਿਤਾ ਦ੍ਰਿਗਨ ਨਿਹਾਰਾ। ਉਹ ਤੂੰ ਵੇਖ ਹੀ ਲਿਆ ਹੈ। ਛੋਟੇ ਜਿਹੇ ਘਰ 'ਚ ਅਸੀਂ ਰਹਿੰਦੇ ਆ, ਮਾਂ ਪੁੱਤਰ, ਤੇ ਸਾਡਾ ਤਾਂ ਰੁੱਖਾ ਮੇਸਾ ਪ੍ਰਸ਼ਾਦਾ ਹੀ ਗੁਰੂ ਨਾਨਕ ਚਲਾਉਂਦਾ ਹੈ। ਤਉ ਸੰਤੋਸ਼ ਸਹਿਤ ਸਤ ਮੇਰਾ, ਫੇਰ ਵੀ ਅਸੀਂ ਭਾਣੇ ਵਿੱਚ ਸੰਤੁਸ਼ਟਾਂ, ਮੇਰਾ ਪੁੱਤਰ ਵੀ ਸੰਤੋਖੀ ਹੈ। ਫਿਰ ਬਾਬਤ ਕਹਿ ਦਰਬ ਕਨੇਰਾ, ਤੇ ਆਹ ਦੇਖੋ, ਜਿਹੜਾ ਪੈਸਾ ਤੂੰ ਚੜਾਇਆ ਹੈ ਜਾਂ ਸੰਗਤ ਨੇ ਮੱਥਾ ਟੇਕਿਆ, ਉਹ ਵੀ ਇਹ ਧੀਰਮਲ ਨੂੰ ਦੇਣਾ ਚਾਹੁੰਦਾ ਹੈ, ਮੋੜਨਾ ਚਾਹੁੰਦਾ ਹੈ। ਤ੍ਰਿਸ਼ਨਾ ਅਗਨ ਲਗੀ ਤਿਨ ਘਰ ਕੋ, ਉਹ ਤ੍ਰਿਸ਼ਨਾ ਦੀ ਅੱਗ ਧੀਰਮਲ ਦੇ ਘਰ 'ਚ ਲੱਗੀ ਹੋਈ ਹੈ। ਚਾਹੇ ਦਰਬ ਨਿਤ ਸ਼ਾਂਤ ਨ ਉਰਕੋ, ਤੇ ਇਹ ਉਸ ਮਾਇਆ ਨੂੰ ਉਹਦੇ ਘਰ ਦੇਣਾ ਚਾਹੁੰਦਾ, ਤੇ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ। ਜਿਵ ਇਹ ਕਹਾ ਮਾਨ ਬੋ ਸੋ, ਜੋ ਇਹਦੀ ਗੱਲ ਕਹਿਣੀ ਹੈ, ਮੰਨਣੀ ਹੈ। ਚਲਹ ਨਹੀਂ ਬਸ ਹਮਰੋ ਕੋ, ਅਸੀਂ ਕੁਝ ਕਹਿ ਨਹੀਂ ਸਕਦੇ, ਕਿਉਂਕਿ ਗੱਦੀ ਦਾ ਮਾਲਕ ਹੈ, ਗੁਰੂ ਹੈ। ਅਸੀਂ ਇਹਦੀ ਗੱਲ ਨੂੰ ਰੋਕ ਵੀ ਨਹੀਂ ਸਕਦੇ, ਕਹਿ ਨਹੀਂ ਸਕਦੇ ਵੀ ਗੁਰੂ ਜੀ ਏਦਾਂ ਨਾ ਕਰੋ। ਇਮ ਕਹਿ ਜਨਨੀ ਢੋਰਤ ਲੋਚਨ, ਏਦਾਂ ਕਹਿ ਕੇ ਮਾਤਾ ਰੋਣ ਲੱਗ ਪਈ, ਅੱਖਾਂ 'ਚ ਹੰਝੂ ਸੁੱਟਣ ਲੱਗ ਪਈ। ਅਸਮਨ ਜਸ ਲਖ ਕਰਤੀ ਸੋਚਨ, ਇਹ ਗੱਲ ਬੜੀ ਅਣਬਣ ਜੀ ਹੋ ਗਈ ਹੈ ਵੀ ਹੁਣ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਕਹਿਣਾ ਕਿਵੇਂ ਮੋੜਾਂ। ਚਾਹੁੰਦੀ ਤਾਂ ਨਹੀਂ ਹੈ ਵੀ ਧੀਰਮਲ ਦਾ ਸਮਾਨ ਵਾਪਸ ਕੀਤਾ ਜਾਵੇ, ਪਰ ਮਹਾਰਾਜ ਜੋ ਕਹਿ ਰਹੇ ਨੇ, ਇਸ ਕਰਕੇ ਰੋਣ ਲੱਗ ਪਈ ਮਾਤਾ। ਮਮ ਸਤ ਤਿਨ ਕੋ ਕਰਹਿ ਭਲੇਰਾ, ਦੇਖੋ ਮੱਖਣ ਸ਼ਾਹ ਮੇਰਾ ਪੁੱਤਰ ਅਜੇ ਵੀ ਉਹਨਾਂ ਦਾ ਭਲਾ ਸੋਚਦਾ ਹੈ। ਤਨ ਮਤ ਤੇ ਸੋ ਕਿਤ ਅਗ ਕੇਰਾ, ਉਹ ਪਾਪੀ ਪੈਸੇ ਦੇ ਹੰਕਾਰ ਵਿੱਚ ਨਿਤ ਪ੍ਰਤੀ ਨਵੇਂ ਨਵੇਂ ਪਾਪ ਕਰਦੇ ਨੇ। ਦੂਸ਼ਣ ਜਨਨੀ ਨੇ ਤਬ ਠਾਨਾ, ਏਦਾਂ ਕਹਿੰਦੀ ਰੋਂਦੀ ਚੁੱਪ ਕਰਕੇ ਬੈਠ ਗਈ ਮਾਤਾ। ਮਮ ਸਤ ਬਚਿਓ ਇਹੀ ਵਡ ਜਾਨਾ, ਮੇਰਾ ਇੱਕੋ ਹੀ ਪੁੱਤਰ ਬਚਿਆ ਹੈ ਮੱਖਣ ਸ਼ਾਹ। ਇਮ ਬੋਲਤ ਸੁਣ ਤੇ ਗੁਰ ਧਾਮਾ, ਏਦਾਂ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਗੱਲਬਾਤ ਹੋ ਰਹੀ ਸੀ, ਬੀਤੇ ਤਬ ਹੈ ਜਾਮਨੀ ਜਾਮਾ, ਕਹਿੰਦੇ ਰਾਤ ਦੇ 10 ਵੱਜ ਗਏ। ਇੱਕ ਪਹਿਰ ਰਾਤ ਬੀਤ ਗਈ, ਰਾਤ ਤੱਕ ਇਹ ਗੱਲਬਾਤ ਚੱਲਦੀ ਰਹੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਧੀਰਮਲ ਦਾ ਸਾਰਾ ਸਾਜੋ ਸਮਾਨ ਵਾਪਸ ਮੁੜਵਾਉਣਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰਾਥੇ ਗਮ ਪੂਰਨ ਹੋਏ ਮਾਇਆ, ਆਂਦ ਕੂਪ ਮਹਾ ਪਿਆਰ ਨਾਨਕ ਪਾਲ, ਆਏ ਪ੍ਰਭ ਸਰਣਾਗਤੀ ਕਿਰਪਾ ਨਿਜ ਦੇ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ ਜੜੇ ਸੂਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰੇ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ।